ਨੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਅਨੇਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਦ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਰਜੋਈ ਨਿਰਾਤਾਰ, ਹੇ ਦਾਤਾ, ਪਹਿਲੀ ਉਪਮਾ ਤੇਰੀ ਦਾਤਾ, ਦੂਜੀ ਤੇਰੀ ਖੁਦਾਈ, ਤੀਜੀ ਤੇਰੀ ਓਟ ਆਸਰਾ, ਚੌਥੀ ਰਹਿਨਮਾਈ, ਪੰਚ ਕਰੋਂ ਸੋ ਤੇਰਾ ਮਾਨ, ਪੰਚਮ ਸਾਂਝ ਗਾਈ, ਮੈਂ ਨੀਚ ਤੇਰੇ ਦਾਸ ਕੋ ਦਾਸਾ, ਤਨ ਨਾਨਕ ਸਭ ਤੇਰੀ ਵਡਿਆਈ, ਤਨ ਦਰਸ਼ਨ ਸਭ ਤੇਰੀ ਵਡਿਆਈ, ਨਾਨਕ ਜੋਤ ਨਰੰਜਨ ਬਨ ਆਈ, ਪ੍ਰਭ ਦਰਸ਼ਨ ਅਗਮ ਰੂਪ ਕਹਾਈ, ਚਰਮਿੰਡਾ ਦਾਸ ਤਿਸਕੀ ਸ਼ਰਨਾਈ, ਤਨ ਮਨ ਧਨ ਸਭ ਭੇਂਟ ਚੜਾਈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਬੋਲੋ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਕੀ ਜੈ, ਦਾਸ ਧਰਮ ਅਮਰ ਹੈ। ਸਾਧ ਸੰਗਤ ਜੀ, ਅੱਜ ਦੇ ਸ਼ਬਦ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਦੀ ਬਾਣੀ ਜਸ਼ਵੰਤੀ ਨਿਰਾਤਾਰ ਧਾਮ ਪਹਿਲਾਂ ਚਲਤੇ ਜਾ ਰਹੇ ਹਨ, ਜਿਸ ਦੇ ਵਿੱਚ ਮਹਾਰਾਜ ਜੀ ਸਾਨੂੰ ਇਸ ਮਨ ਦੇ ਬਾਰੇ ਸਮਝਾ ਰਹੇ ਹਨ। ਜਸ਼ਵੰਤੀ ਨਿਰਾਤਾਰ ਧਾਮ ਪਹਿਲਾ। ਕਾਹੇ ਰੇ ਮਨ ਕੀ ਡਗਰੀਆ ਡੋਲੇ, ਅੰਮ੍ਰਿਤ ਵੇਲੇ ਅਨਹਦ ਸ਼ਬਦ ਬਬੀਹਾ ਬੋਲੇ, ਅੰਦਲ ਟੇਕ ਤੁਮਾਰੀ ਰਾਮ ਜਿਓ, ਹਮ ਸਭ ਠਹਿਰੇ ਬਿਖਾਰੀ, ਸੇਵਕ ਸੇਵ ਭਗਤ ਕਮਾਈ, ਤੁਧ ਤਿਹ ਰਾਮਾ ਪਾਈ, ਤੂੰ ਦਰਿਆਓ ਤੂੰ ਹੀ ਬੰਦ, ਤੂੰ ਬੰਧੂ ਤੂੰ ਹੀ ਭਰਾਤਾ, ਮਨ ਮਾਨੇ ਹਰੇ ਨਾਮ ਸਿਮਰ ਜਿਓ, ਗੁਰ ਸ਼ਬਦ ਭੇਦ ਬਤਾਈ, ਹਰ ਰੰਗ ਰਾਤਾ ਪੁਰਖ ਵਿਦਾਤਾ, ਨਾਨਕ ਨਾਮ ਕੋ ਵਿਰਲਾ
ਲਾ ਜਾਤਾ, ਸਾਧੂ ਸੰਗ ਪਰਮ ਪਦ ਪਾਈ, ਦਰਸ਼ਨ ਕਹਿਤ ਦੁਖ ਕਲੇਸ਼, ਸਭ ਨਸ ਜਾਈ ਯਕੀਨ। ਸਾਧ ਸੰਗਤ ਜੀ, ਇਹ ਸ਼ਬਦ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਹਨ। ਮਹਾਰਾਜ ਜੀ ਸਾਨੂੰ ਇਸ ਮਨ ਦੇ ਬਾਰੇ ਸਮਝਾ ਰਹੇ ਹਨ ਕਿ ਇਹ ਜੀਵ, ਇਹ ਮਨ ਜਿਹੜਾ ਹੈ, ਇਹ ਸਾਰੀਆਂ ਹੀ ਇੰਦਰੀਆਂ ਦਾ ਰਾਜਾ ਹੈ, ਕਿ ਇਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ, ਸਭ ਤੋਂ ਜ਼ਿਆਦਾ ਬਲਵਾਨ ਹੈ। ਕਿ ਤੂੰ ਜੀਵ ਇਸ ਮਨ ਦੇ ਮਗਰ ਲੱਗ ਕੇ, ਇਸ ਮਨ ਦੀ ਸੁਣ ਕੇ ਆਪਣੇ ਆਪ ਨੂੰ ਡੋਲ ਮਤ, ਕਿਉਂਕਿ ਇਸ ਮਨ ਨੂੰ ਕਾਬੂ ਕਰਨ ਵਾਸਤੇ, ਇਸ ਮਨ ਨੂੰ ਉਸ ਈਸ਼ਵਰ ਦੇ ਨਾਲ ਮਿਲਾਉਣ ਵਾਸਤੇ, ਪ੍ਰਮਾਤਮਾ ਦੇ ਮਿਲਾਉਣ ਵਾਸਤੇ, ਜਿਸ ਤਰ੍ਹਾਂ ਕਿ ਅੰਮ੍ਰਿਤ ਵੇਲੇ ਬਵੀਹਾ ਉਸ ਚੰਦਰਮਾ ਪੁਕਾਰ ਕਰਦਾ ਹੈ, ਚਕੋਰ ਉਸ ਚਾਂਦਨੀ ਨੂੰ ਦੇਖ ਕੇ ਜੀ ਰਿਹਾ ਹੈ, ਐਸੇ ਤਰ੍ਹਾਂ ਹੀ ਜਦ ਅਸੀਂ ਇਸ ਅੰਮ੍ਰਿਤ ਵੇਲੇ ਉੱਠ ਕੇ ਉਸ ਨਾਮ ਦੇ ਨਾਲ ਇਸ ਮਨ ਨੂੰ ਬਿਠਾਵਾਂਗੇ, ਸਮਝਾਵਾਂਗੇ, ਤਾਂ ਇਹ ਮਨ ਜਿਹੜਾ ਹੈ ਉਸ ਅੰਮ੍ਰਿਤ ਸ਼ਬਦ ਦਾ ਜਿਹੜਾ ਰਸ ਹੈ ਉਸ ਨੂੰ ਮੰਨਣ ਲੱਗ ਜਾਵੇਗਾ। ਕਿਉਂਕਿ ਅੰਮ੍ਰਿਤ ਵੇਲਾ ਹੀ ਜਿਹੜਾ ਹੈ, ਉਸ ਵੇਲੇ ਉਹ ਅਕਾਲ ਪੁਰਖ, ਜਾਂ ਅਸੀਂ ਆਪਣਾ ਗੁਰੂ ਕਹਿ ਸਕਦੇ ਹਾਂ, ਜਾਂ ਈਸ਼ਵਰ ਕਹਿ ਸਕਦੇ ਹਾਂ, ਜਾਂ ਪਰਮਾਤਮਾ ਕਹਿ ਸਕਦੇ ਹਾਂ, ਉਹ ਰਹਿਮਤਾਂ ਦੀ ਬੁਛਾਰ ਦਾ ਇੱਕ ਟੋਕਰਾ ਲੈ ਕੇ ਇਸ ਬ੍ਰਹਮੰਡਾਂ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ, ਕਿ ਕੋਈ ਜੀਵ ਐਸਾ ਮਿਲ ਜਾਵੇ ਜਿਸ ਦੀ ਝੋਲੀ ਦੇ ਵਿੱਚ ਮੈਂ ਇਹ ਅੰਮ੍ਰਿਤ ਰਸ ਜਿਹੜਾ ਹੈ ਉਸ ਦੀ ਝੋਲੀ ਦੇ ਵਿੱਚ ਪਾ ਦੇਵਾਂ। ਉਹ ਮਾਲਕ ਢੂੰਡ ਰਿਹਾ ਹੈ ਸਾਨੂੰ, ਅਸੀਂ ਉਸ ਦੀ ਤਲਾਸ਼ ਨਹੀਂ ਕਰ ਰਹੇ, ਉਹ ਸਾਡੀ ਤਲਾਸ਼ ਕਰ ਰਿਹਾ ਹੈ ਕਿ ਇਹ ਜੀਵ ਕੋਈ ਇਸ ਵੇਲੇ ਮੈਨੂੰ ਮਿਲ ਜਾਵੇ ਤਾਂ ਮੈਂ ਉਸ ਨੂੰ ਖੰਡਾਂ ਬ੍ਰਹਮੰਡਾਂ ਦੇ ਖਜ਼ਾਨੇ ਦੇ ਦੇਵਾਂ। ਜਿਹੜਾ ਜੀਵ ਉਸ ਅੰਮ੍ਰਿਤ ਵੇਲੇ ਉੱਠ ਕੇ, ਜਿਸ ਨੂੰ ਸਮੇਂ ਕੁਝ ਸੰਤ ਮਹਾਤਮਾ 3 ਵਜੇ ਦਾ ਕਹਿੰਦੇ ਹਨ, ਤੇ ਮਹਾਰਾਜ ਦਰਸ਼ਨ ਦਾਸ ਜੀ ਨੇ, ਜਾਂ ਕਈ ਬਾਈਬਲ ਦੇ ਅੰਦਰ ਵੀ ਮਹਾਰਾਜ ਨੇ ਦੱਸਿਆ ਕਿ ਜਿਹੜਾ ਸਮਾਂ ਹੈ ਉਹ 3:35 ਤੋਂ ਲੈ ਕੇ 4 ਵਜੇ ਤੱਕ ਹੁੰਦਾ ਹੈ। ਜਿਹੜਾ ਜੀਵ ਉਸ ਵੇਲੇ ਉਸ ਸ਼ਬਦ ਦੇ ਨਾਲ ਜੁੜਿਆ ਹੁੰਦਾ ਹੈ, ਉਸ ਅੰਮ੍ਰਿਤ ਵੇਲੇ ਉੱਠ ਕੇ ਉਸ ਨਾਮ ਦੇ ਨਾਲ ਜੁੜ ਜਾਂਦਾ ਹੈ, ਤੇ ਉਸ ਵੇਲੇ ਉਹ ਅਕਾਲ ਪੁਰਖ ਆਪਣੀਆਂ ਰਹਿਮਤਾਂ, ਆਪਣੇ ਬੁਛਾਰ ਜਿਹੜੀ ਹੈ ਉਸ ਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਪਰ ਉਹ ਤਦ ਹੀ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਪੂਰਨ ਤੌਰ ਦੇ ਉੱਤੇ ਉਸ ਨਾਮ ਦੇ ਨਾਲ ਜੁੜ ਲਵਾਂਗੇ। ਇਹ ਨਹੀਂ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਉਸ ਨਾਮ ਨਾਲ ਜੁੜਨਾ ਹੈ। ਅੰਮ੍ਰਿਤ ਵੇਲੇ ਸਚ ਨਾਮ ਵਡਿਆਈ ਵਿਚਾਰ, ਕਿ ਉਸ ਸੱਚੇ ਨਾਮ ਦੀ, ਉਸ ਪੂਰਨ ਨਾਮ ਦੀ ਵਿਚਾਰ ਕਰਨਾ ਹੈ। ਉਹ ਵਿਚਾਰ ਤਦ ਹੀ ਹੋ ਸਕਦਾ ਹੈ ਜਦੋਂ ਅਸੀਂ ਉਸ ਮਨ ਨੂੰ ਉਸ ਨਾਮ ਦੇ ਨਾਲ ਜੋੜਾਂਗੇ। ਅਸੀਂ ਜੀਭਾਂ ਨਾਲ ਉਸ ਰਾਮ ਦਾ ਨਾਮ ਨਹੀਂ ਜਪਣਾ, ਅਸੀਂ ਜੀਭਾਂ ਦੇ ਨਾਲ ਉਸ ਪ੍ਰਭੂ ਦਾ ਨਾਮ ਨਹੀਂ ਜਪਣਾ, ਕਿਉਂਕਿ ਜੀਭਾ ਜਿਹੜੀ ਹੈ, ਜਦੋਂ ਜੀਭਾਂ ਨਾਲ ਨਾਮ ਜਪਦੇ ਹਾਂ ਤੇ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੀ ਜੀਭ ਬੋਲ ਰਹੀ ਹੈ, ਕਿਉਂਕਿ ਮਨ ਵਿਸ਼ੇ ਵਿਕਾਰਾਂ ਦਾ ਆਦੀ ਹੈ, ਵਿਸ਼ਿਆਂ ਵਿੱਚ ਫਸਿਆ ਹੋਇਆ ਹੈ। ਜਦੋਂ ਅਸੀਂ ਇਸ ਮਨ ਦੇ ਨਾਲ ਉਸ ਨਾਮ ਨੂੰ ਜੋੜਾਂਗੇ ਤੇ ਮਨ ਜਿਹੜਾ ਹੈ ਉਹ ਫਿਰ ਧੀਰੇ ਧੀਰੇ ਉਸ ਸ਼ਬਦ ਦੇ ਅਧੀਨ ਹੋ ਜਾਂਦਾ ਹੈ, ਕਿਉਂਕਿ ਸਾਨੂੰ ਨਾਮ ਨੂੰ, ਮਨ ਨੂੰ ਆਦਤ ਪਾਣੀ ਹੈ ਨਾਮ ਜਪਣ ਦੀ।
ਜੀਵਨ ਨੂੰ ਨਹੀਂ, ਕਿਉਂਕਿ ਮਨ ਨੂੰ ਆਦਤ ਤਦ ਹੀ ਪੈ ਸਕਦੀ ਹੈ ਜਦੋਂ ਇਸ ਮਨ ਨੂੰ ਅਸੀਂ 24 ਘੰਟੇ ਅੱਠੇ ਪੈਰ ਉਸ ਨਾਮ ਦੇ ਨਾਲ ਜੋੜਾਂਗੇ। ਕਦੋਂ ਹੋ ਸਕਦਾ? ਜਦੋਂ ਅਸੀਂ ਦਿਨਾਂ ਨੂੰ ਸਵਾਦ ਨਾਲ ਲਈਏ ਤੇ ਰਾਤ ਨੂੰ ਨੀਂਦ ਨਾਲ ਲਈਏ। ਭਗਤ ਰਵਿਦਾਸ ਜੀ ਸਮਝਾਉਂਦੇ ਹਨ, ਰਾਤ ਨਾ सोइए दिवस न लीजिए स्वाद, निस दिन प्रभु को सिमरिए छोड़ सकल प्रतिपात। भगत रविदास जी समझा रहे हैं कि रात ना सोइए दिवस न लीजिए स्वाद, कि असीं रात नूं अपने सो जाने हाँ, साडियां इंद्रियां जागृत रहिंदियां हन, मन साडा ਉਹ ਖਿਆਲਾਂ 'ਚ ਘੁੰਮਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਹਨ ਕਿ ਇਸ ਮਨ ਨੂੰ ਜਦੋਂ ਅਸੀਂ ਸੌਂਵਣ ਤੋਂ ਪਹਿਲਾਂ ਉਸ ਪ੍ਰਭੂ ਦੇ ਨਾਮ ਨਾਲ ਜੋੜਾਂਗੇ, ਆਪਣੇ ਗੁਰੂ ਸ਼ਬਦ ਦੇ ਨਾਲ ਜੋੜਾਂਗੇ। ਸੌਣ ਤੋਂ ਪਹਿਲਾਂ ਜੇ ਅਸੀਂ ਉਸ ਪ੍ਰਭੂ ਦਾ ਨਾਮ ਲੈ ਕੇ ਸੌਵਾਂਗੇ ਤਾਂ ਸਾਨੂੰ ਰਾਤ ਨੂੰ ਵੀ ਸਾਡੀ ਜਿਹੜੀ ਅੱਖ ਹੈ ਲੱਗ ਜਾਏਗੀ, ਲੇਕਿਨ ਮਨ ਦੇ ਅੰਦਰ ਉਸ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਚੱਲਦਾ ਰਹੇਗਾ। ਕਿਉਂਕਿ ਇਸ ਕਰਕੇ ਹੀ ਇਸ ਨਾਮ ਦੀ ਵਡਿਆਈ ਦੇ ਬਾਰੇ ਸਮਝਾਇਆ ਜਾਂਦਾ ਕਿ ਇਹ ਮਨ ਨੂੰ ਕਾਬੂ ਕਰਨ ਵਾਸਤੇ ਨਾਮ ਤੋਂ ਸਿਵਾਏ ਹੋਰ ਕੋਈ ਵੀ ਚੀਜ਼, ਕੋਈ ਵੀ ਵਸਤੂ ਇਸ ਮਨ ਨੂੰ ਕੰਟਰੋਲ ਨਹੀਂ ਕਰ ਸਕਦੀ। ਕਿਉਂਕਿ ਜਦੋਂ ਨਾਮ ਜਿਹੜਾ ਹੈ ਜੀਵਾ ਨਾਲ ਜਪਿਆ ਜਾਂਦਾ ਹੈ ਤੇ ਉਹ ਰਸ ਜਿਹੜਾ ਮਨ ਨੂੰ ਨਹੀਂ ਆਉਂਦਾ। ਜਿੰਨੀ ਦੇਰ ਤੱਕ ਅਸੀਂ ਮਨ ਨੂੰ ਰਸ ਨਹੀਂ ਦਿੰਦੇ ਇਸ ਨਾਮ ਸ਼ਬਦ ਦਾ, ਉਨੀ ਦੇਰ ਤੱਕ ਇਹ ਮਨ ਜਿਹੜਾ ਹੈ ਉਸ ਸ਼ਬਦ ਦਾ ਨਾਲ ਆਕਰਸ਼ਿਤ ਨਹੀਂ ਹੁੰਦਾ। ਇਸ ਕਰਕੇ ਉਹ ਮਨ ਨੂੰ ਸ਼ਬਦ ਨਾਲ ਜੋੜਨਾ ਹੈ। ਇਸ ਕਰਕੇ ਮਹਾਰਾਜ ਨੇ ਸੁਣਾਇਆ ਕਿ ਅੰਮ੍ਰਿਤ ਵੇਲੇ ਅਨਹਦ ਸ਼ਬਦ ਬਵੀਹਾ ਬੋਲੇ, ਔਰ ਇਹ ਮਨ ਤੋਂ ਅਨਹਦ ਸ਼ਬਦ ਪਹਿਚਾਨ। ਕਿਉਂਕਿ ਮਨ ਦੇ ਰਾਹੀਂ ਹੀ ਅਸੀਂ ਇਸ ਖੰਡਾਂ ਬ੍ਰਹਮੰਡਾਂ 'ਚ ਪਹੁੰਚ ਸਕਦੇ ਹਾਂ। ਮਨ ਦੇ ਰਾਹੀਂ ਹੀ ਅਸੀਂ ਆਪਣੇ ਆਪ ਨੂੰ ਜਿੱਤ ਸਕਦੇ ਹਾਂ। ਕਹਿੰਦੇ ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ। ਕਿ ਮਨ ਵਿਚਾਰਾਂ ਦੇ ਵਿੱਚ ਡੁੱਬਿਆ ਰਹਿੰਦਾ ਹੈ, ਮਨ ਕਦੇ ਇੱਧਰ ਭੱਜਦਾ ਹੈ, ਕਦੇ ਇੱਧਰ ਭੱਜਦਾ ਹੈ। ਲੇਕਿਨ ਜਦੋਂ ਅਸੀਂ ਇਸ ਮਨ ਨੂੰ ਸ਼ਬਦ ਨਾਲ ਜੋੜਾਂਗੇ ਤੇ ਉਹ ਮਨ ਜਿਹੜਾ ਵਿਚਾਰਾਂ ਤੋਂ ਬਾਹਰ ਚਲੇ ਜਾਵੇਗਾ। ਪਰ ਜੇ ਕਦੀ ਮਨ ਦੇ ਅੰਦਰ ਵਿਚਾਰ ਉੱਠਦੇ ਵੀ ਹਨ, ਇੱਧਰ ਉੱਧਰ ਭੱਜਦਾ ਵੀ ਹੈ, ਤੇ ਮਨ ਨੂੰ ਅਸੀਂ ਨਾਮ ਨਾਲ ਜੋੜਨਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਸਾਨੂੰ ਉਸ ਪ੍ਰਮਾਤਮਾ ਦੀ ਟੇਕ ਲੈਣੀ ਪਵੇਗੀ ਕਿ ਅੰਦਰ ਟੇਕ ਤੁਮਾਰੀ ਰਾਮ ਜੀਓ, ਹਮ ਸਹਿਬਰੇ ਠਹਿਰੇ ਭਿਖਾਰੀ। ਜਦੋਂ ਅਸੀਂ ਭਿਖਾਰੀ ਬਣ ਕੇ ਨਮਰਤਾ ਦੇ ਵਿੱਚ ਆਣ ਕੇ ਉਸ ਪ੍ਰਭੂ ਪਰਮਾਤਮਾ ਦੀ ਟੇਕ ਦੇ ਵਿੱਚ ਜਾਵਾਂਗੇ, ਉਹਦੇ ਅੰਦਰ ਆਪਣੇ ਮਨ ਨੂੰ ਜੋੜਾਂਗੇ, ਤਦ ਹੀ ਸਾਨੂੰ ਉਸ ਨਾਮ ਦੇ ਬਾਰੇ ਵਿਚਾਰ ਹੋਏਗਾ। ਨਹੀਂ ਤਾਂ ਸਾਨੂੰ ਇਸ ਨਾਮ ਦਾ ਵਿਚਾਰ ਨਹੀਂ ਹੋ ਸਕਦਾ। ਨਾਮ ਨੂੰ, ਮਨ ਨੂੰ ਨਮ ਕਰਨਾ ਪਵੇਗਾ। ਤੇ ਜਦ ਤੱਕ ਅਸੀਂ ਇਹ ਮਨ ਨਹੀਂ ਹੈ ਤਾਂ ਉਨੀ ਤੱਕ ਸਰੀਰ ਵੀ ਨਹੀਂ ਹੈ। ਮਨ ਔਰ ਆਤਮਾ ਦੀ ਇੱਕ ਗਾਂਠ ਬਣੀ ਹੋਈ ਹੈ। ਮਨ ਔਰ ਆਤਮਾ ਇੱਕ ਦੂਜੇ ਨਾਲ ਬੰਧੇ ਹੋਏ ਹਨ, ਜੁੜੇ ਹੋਏ ਹਨ। ਜਦ ਤੱਕ ਅਸੀਂ ਇਸ ਮਨ ਦੀ ਔਰ ਆਤਮਾ ਦੀ ਜਿਹੜੀ ਨੋਟ ਬੱਧੀ ਹੋਈ ਹੈ, ਜਿਹੜੀ ਗਾਂਠ ਬੱਧੀ ਹੋਈ ਹੈ, ਜਦ ਤੱਕ ਉਹ ਟੁੱਟਦੀ ਨਹੀਂ ਹੈ, ਉਨੀ ਦੇਰ ਤੱਕ ਮਨ ਔਰ ਆਤਮਾ ਅਲੱਗ ਨਹੀਂ ਹੋ ਸਕਦੇ। ਮਨ ਔਰ ਆਤਮਾ ਅਲੱਗ-ਅਲੱਗ ਹਨ, ਪਰ ਮਨ ਔਰ ਆਤਮਾ ਦੀ ਜਿਹੜੀ ਨੋਟ ਵੱਜੀ ਹੋਈ ਹੈ, ਜਿੰਨਾ ਤੱਕ ਟੁੱਟਦੀ ਨਹੀਂ ਹੈ, ਇਸ ਕਰਕੇ ਅਸੀਂ ਉਸ ਆਤਮਾ ਨੂੰ ਉਸ ਪਰਮਾਤਮਾ ਨਾਲ ਜੋੜ ਨਹੀਂ ਸਕਦੇ। ਨਾਮ ਦੇ ਰਾਹੀਂ ਹੀ, ਮਨ ਦੇ ਰਾਹੀਂ ਹੀ ਅਸੀਂ ਨਾਮ ਜਪ ਕੇ ਇਸ ਨਾਮ ਸ਼ਬਦ ਨਾਲ ਉਸ ਆਤਮਾ ਨਾਲ ਜੁੜਨਾ ਹੈ। ਪਰ ਇਹ ਕੋਈ ਇਸ ਤਰ੍ਹਾਂ ਦਾ ਕੋਈ ਪੂਰਨ ਪੁਰਖ ਮਿਲ ਜਾਵੇ ਜਿਹੜਾ ਕਿ ਸਾਨੂੰ ਬਾਹਰਲੇ ਘਰਾਂ ਤੋਂ ਕੱਢ ਕੇ ਇੱਕ ਉੱਪਰਲੇ ਘਰਾਂ ਦੇ ਨਾਲ ਜੋੜ ਲਵੇ। ਕਹਿੰਦੇ ਜੋ ਰਹਿਤ ਘਰ ਬਤਲਾਏ ਸੋ ਗੁਰੂ ਸੱਚਾ ਮਾਨੀਏ, ਤੀਨ ਤਜ ਜਾਇ ਚੌਥੇ ਤਾਸੂ वचन परमानीय, पांच तीन अधीन काया के न्यार शब्द विदो हो, दे में विदे दर से गुरुमत निज मत एक ही है। ਹੁਣ ਇਸ ਸ਼ਬਦ ਨੂੰ ਵਿਚਾਰਨਾ ਪਵੇਗਾ, ਸਮਝਣਾ ਪਵੇਗਾ
ਕਿ ਇਸ ਸ਼ਬਦ ਦਾ ਕਬੀਰ ਸਾਹਿਬ ਸਾਨੂੰ ਕਿਸ ਤਰ੍ਹਾਂ ਵਿਖਿਆਨ ਕਰਦੇ ਹਨ। ਇਹ ਕਬੀਰ ਸਾਹਿਬ ਦੀ ਬਾਣੀ ਹੈ। ਕਬੀਰ ਸਾਹਿਬ ਦਾ ਸ਼ਬਦ ਹੈ ਕਿ ਉਹ ਪੂਰਨ ਗੁਰੂ ਹੈ, ਉਹੀ ਹੀ ਸੱਚਾ ਸਾਡਾ ਗੁਰੂ ਹੈ, ਜਿਹੜਾ ਸਾਨੂੰ ਦੂਸਰਿਆਂ ਨਾਲੋਂ ਇੱਕ ਵੱਖਰਾ ਰਸਤਾ ਦੱਸਦਾ ਹੈ, ਜੋ ਰਹਿਤ ਘਰ ਬਤਲਾਏ, ਕਿ ਜਿਹੜੇ ਸਾਨੂੰ ਉਸ ਪਰਮ ਪਿਤਾ ਪ੍ਰਮਾਤਮਾ ਦੇ ਘਰ ਦੇ ਨਾਮ ਦੇ ਨਾਲ ਜੋੜਦਾ ਹੈ। ਕਹਿੰਦੇ ਤਾਸੂ ਵਚਨ ਪ੍ਰਮਾਣੀਏ, ਸਾਨੂੰ ਉਸ ਗੁਰੂ ਦੇ ਹੀ, ਉਸ ਸੰਤ ਮਹਾਤਮਾ ਦੇ ਵੀ ਸ਼ਬਦਾਂ ਨੂੰ ਵਿਚਾਰਨਾ ਪਵੇਗਾ। ਜਦ ਤੱਕ ਅਸੀਂ ਪੂਰਨ ਸੰਤ ਦੇ ਸ਼ਬਦਾਂ ਨੂੰ ਨਹੀਂ ਵਿਚਾਰਾਂਗੇ, ਉਸ ਦੀ ਬਾਣੀ ਨੂੰ ਨਹੀਂ ਸਮਝਾਂਗੇ, ਉਨੀ ਦੇਰ ਤੱਕ ਅਸੀਂ ਉਸ ਨਾਮ ਸ਼ਬਦ ਨਾਲ ਨਹੀਂ ਜੁੜ ਸਕਦੇ। ਇਸ ਕਰਕੇ ਹੀ ਸਾਨੂੰ ਪੂਰਨ ਮੁਰਸ਼ਿਦ ਦੀ ਜ਼ਰੂਰਤ ਹੈ, ਪੂਰਨ ਪੁਰਖ ਦੀ ਜ਼ਰੂਰਤ ਹੈ। ਬਿਨਾਂ ਪੂਰਨ ਪੁਰਖ ਤੋਂ ਸਾਨੂੰ ਕੋਈ ਵੀ ਉਸ ਪਰਮ ਪਿਤਾ ਪ੍ਰਮਾਤਮਾ ਦੇ ਘਰ ਦਾ ਰਸਤਾ ਨਹੀਂ ਦੱਸ ਸਕਦਾ, ਕਿਉਂਕਿ ਜਿਹੜਾ ਉਸ ਖੁਦ ਉੱਥੇ ਤੱਕ ਪਹੁੰਚਿਆ ਹੀ ਨਹੀਂ ਹੈ ਤੇ ਸਾਨੂੰ ਉਹਦੇ ਨਾਲ ਕਿੱਦਾਂ ਕੋਈ ਮਿਲਾ ਸਕਦਾ। ਇਸ ਕਰਕੇ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਜੋ ਰਹਿਤ ਘਰ ਬਤਲਾਏ ਤਾਸੂ ਵਚਨ ਪ੍ਰਮਾਣੀਏ। ਕਹਿੰਦੇ ਤੀਨ ਤਜ ਜਾਏ ਚੌਥੇ, ਤੀਨ ਤਜ ਜਾਏ ਚੌਥੇ ਤਾਸੂ ਵਚਨ ਪ੍ਰਮਾਣੀਏ। ਤੀਨ ਤਜ ਜਾਏ ਚੌਥੇ, ਤੀਨ ਕਾਲ ਜਿਹੜੇ ਹਨ, ਭੂਤਕਾਲ, ਵਰਤਮਾਨ ਕਾਲ, ਭਵਿਸ਼ ਕਾਲ। ਕਹਿੰਦੇ ਪਾਸਟ, ਪ੍ਰੈਜ਼ੈਂਟ ਔਰ ਫਿਊਚਰ, ਇਹ ਤਿੰਨ ਕਾਲ ਹਨ। ਕਹਿੰਦੇ ਇਹ ਤਿੰਨਾਂ ਤੋਂ ਜਿਹੜਾ ਸਾਨੂੰ ਕੱਢ ਕੇ ਚੌਥੇ ਘਰ 'ਚ ਲੈ ਕੇ ਜਾਵੇ। ਚੌਥਾ ਘਰ ਕਿਹੜਾ ਹੈ? ਉਹ ਸੱਚਖੰਡ ਦਾ ਘਰ ਹੈ, ਜਿਹਨੂੰ ਅਸੀਂ ਸੱਤ ਲੋਕ ਕਹਿ ਦਿੰਦੇ ਹਾਂ। ਸੱਤ ਲੋਕ ਦੇ ਵਿੱਚ ਜਾਵਣ ਦੇ ਵਾਸਤੇ ਸਾਨੂੰ ਇਹ ਤਿੰਨਾਂ ਕਾਲਾਂ ਨੂੰ ਛੱਡਣਾ ਪਵੇਗਾ। ਜਾਂ ਜਿਹੜੇ ਸਾਡੇ ਤਿੰਨ ਲੋਕ ਹਨ, ਕਿਹੜੇ ਤਿੰਨ ਲੋਕ ਹਨ? ਇੱਕ ਲੋਕ ਹੈ ਜਿਹਨੂੰ ਵਰਤਮਾਨ ਪਹਿਲਾਂ ਕਿਹਾ ਹੈ, ਆਕਾਸ਼ ਲੋਕ ਹੈ। ਇੱਕ ਪ੍ਰਿਥਵੀ ਲੋਕ ਹੈ। ਇੱਕ ਜਿਹੜਾ ਪਾਣੀ ਦੇ ਥੱਲੇ, ਜਿਹਨੂੰ ਅਸੀਂ ਪਰਲੋਕ ਕਹਿ ਦਿੰਦੇ ਹਾਂ, ਥੱਲੇ ਜਿਹੜਾ ਪਾਣੀ ਦੇ ਥੱਲੇ ਹੈ, ਉਹ ਜਿਹੜਾ ਹੈ। ਜਿਹੜੇ ਇਹਨਾਂ ਤਿੰਨਾਂ ਲੋਕਾਂ ਤੋਂ ਸਾਨੂੰ ਕੱਢ ਕੇ ਚੌਥੇ ਲੋਕ 'ਚ ਲੈ ਜਾਵੇ, ਸੱਤ ਲੋਕ ਦੇ ਵਿੱਚ। ਕਹਿੰਦੇ ਉਹਦੇ ਹੀ ਵਚਨ ਸਾਨੂੰ ਮੰਨਣੇ ਚਾਹੀਦੇ, ਕਿਉਂਕਿ ਜਿਹੜਾ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਹੀ ਫਸਾਈ ਰੱਖਦਾ ਹੈ, ਇਹਨਾਂ ਲੋਕਾਂ ਦੇ ਵਿੱਚ ਹੀ ਫਸੇ ਹੋਏ ਆ, ਤੇ ਅਸੀਂ ਉਹਦੇ ਨਾਲ ਨਹੀਂ ਜੁੜ ਸਕਦੇ। ਕਿਉਂਕਿ ਇਹ ਜੀਵ ਪਾਸਟ ਨੂੰ ਹੀ ਲੈ ਕੇ ਬੈਠੇ ਰਹਿੰਦੇ ਹਨ। ਸਾਡਾ ਪਾਸਟ ਵਿੱਚ ਇਹ ਹੋਇਆ, ਭੂਤ ਦੇ ਵਿੱਚ ਇਹ ਹੋਇਆ, ਅਸੀਂ ਇੱਦਾਂ ਹੋਇਆ, ਅਸੀਂ ਇੱਦਾਂ ਹੋਇਆ, ਉਸ ਨੂੰ ਹੀ ਲੈ ਕੇ ਬੈਠੇ ਹਨ। ਤੇ ਕਈ ਸੋਚਦੇ ਨੇ ਸਾਡੇ ਕੱਲ੍ਹ ਨੂੰ ਕੀ ਬਣੇਗਾ, ਸਾਡੇ ਕੱਲ੍ਹ ਨੂੰ ਬੱਚਿਆਂ ਦਾ ਕੀ ਹੋਵੇਗਾ, ਸਾਡਾ ਕੀ ਹੋਵੇਗਾ, ਕੱਲ੍ਹ ਨੂੰ ਸਾਨੂੰ ਕੀ ਮਿਲੇਗਾ। ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਤੋਂ ਕੱਢ ਕੇ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਨਾਲ ਜੋੜਦਾ ਹੈ, ਜਿਹਦੇ ਨਾਲ ਕਿ ਸਾਡਾ ਇਹ ਲੋਕਾਂ ਤੋਂ ਵੀ ਛੁਟਕਾਰਾ ਹੋ ਜਾਣਾ ਹੈ। ਤੇ ਕਹਿੰਦੇ ਪੰਜ ਤੀਨ ਅਧੀਨ ਕਾਇਆ ਕੇ, ਪੰਜ ਕੀ ਹਨ? ਜਿਹੜੇ ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਜਿਹੜੀਆਂ ਹਨ, ਕਹਿੰਦੇ ਸਾਨੂੰ ਜਿਹੜਾ ਇਹਨਾਂ ਤੋਂ ਉੱਪਰ ਕੱਢ ਕੇ ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹਨਾਂ ਤੋਂ ਉੱਪਰ ਕੱਢ ਕੇ, ਕਹਿੰਦੇ ਪੰਜ ਤੀਨ ਅਧੀਨ ਕਾਇਆ ਕੇ, ਕਿਉਂਕਿ ਇਸ ਸਰੀਰ ਦੇ ਨਾਲ ਹੀ ਅਸੀਂ ਬੱਝੇ ਹੋਏ ਹਾਂ। ਕਾਮ, ਕ੍ਰੋਧ, ਲੋਭ, ਹੰਕਾਰ, ਇਹ ਪੰਜ ਜਿਹੜੇ ਸਾਡੇ ਚੋਰ ਹਨ, ਇਹ ਸਰੀਰ ਦੇ ਨਾਲ ਹੀ ਲੱਗੇ ਹੋਏ ਨੇ। ਤੇ ਜਿਹੜੇ ਤਿੰਨ ਹਨ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਇਹ ਤਿੰਨਾਂ ਗੁਣਾਂ ਦਾ ਇਸ ਸਰੀਰ ਦੇ ਨਾਲ ਸੰਬੰਧ ਹੈ। ਕੁਝ ਜੀਵ ਸਤੋ ਗੁਣੀ ਹਨ, ਕੁਝ ਰਜੋ ਗੁਣੀ ਹਨ, ਕੁਝ ਤਮੋ ਗੁਣੀ ਹਨ। ਕਹਿੰਦੇ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸਾਨੂੰ ਇਹਨਾਂ ਤੋਂ, ਇਸ ਸਰੀਰ ਤੋਂ, ਇਹਨਾਂ ਅੱਠਾਂ ਤੋਂ ਕੱਢ ਕੇ ਕਦ ਵਿੱਚ ਲੈ ਕੇ ਪੰਜ ਤਿੰਨ ਅਧੀਨ ਕਾਇਆ ਕੇ ਨਿਆਰ ਸ਼ਬਦ ਵਿਦੇਹੋ, ਕਿ ਜਿਹੜਾ ਉਹ ਨਾਮ ਰੂਪੀ ਸ਼ਬਦ ਹੈ, ਜਿਹੜਾ ਉਹ ਇਸ ਸੰਸਾਰ ਤੋਂ ਵੱਖਰਾ ਹੈ, ਨਿਆਰਾ ਹੈ।
ਜਿਹੜਾ ਕਿ ਸਾਨੂੰ ਉਸ ਨਾਮ ਦੀ ਸ਼ਬਦ ਦੀ ਸਮਝ ਨਹੀਂ ਆ ਰਹੀ। ਉਹ ਨਾਮ ਇੱਕ ਵੱਖਰਾ ਸ਼ਬਦ ਹੈ, ਪਰ ਕਹਿੰਦੇ ਹੈ ਉਹ ਇਸ ਸਰੀਰ ਦੇ ਅੰਦਰ। ਨਿਆਰ ਸ਼ਬਦ ਵਿਦੇਹ ਹੋ, ਦੇਹ ਤੋਂ ਜਿਹੜਾ ਪਰੇ ਵਾਲਾ ਸ਼ਬਦ ਹੈ, ਜਿਹਨੂੰ ਮਹਾਰਾਜ ਨੇ ਬਿਗਨਿੰਗ ਤੇ ਕਿਹਾ ਕਿ ਅਨਹਦ, ਅੰਮ੍ਰਿਤ ਵੇਲੇ ਅਨਹਦ ਸ਼ਬਦ ਬਬੀਹਾ ਬੋਲੇ। ਜਾਂ ਮਹਾਰਾਜ ਨੇ ਆਪਣੀ ਰਚਨਾ 'ਚ ਕਿਹਾ ਕਿ ਇਹ ਮਨ ਤੂੰ ਅਨਹਦ ਸ਼ਬਦ ਵਿਚਾਰ। ਔਰ ਅਨਹਦ ਸ਼ਬਦ ਹੈ ਉਹ ਸਾਡੇ ਸਰੀਰ ਦੇ ਵਿੱਚ ਨਹੀਂ ਹੈ, ਉਹ ਵਿਦੇਹ ਹੈ, ਸਰੀਰ ਤੋਂ ਪਰਾਂ ਹੈ, ਜਿਹੜਾ ਕਿ ਖੰਡਾਂ ਬ੍ਰਹਮੰਡਾਂ ਦੇ ਵਿੱਚ ਘੁੰਮ ਰਿਹਾ ਹੈ। ਜਿਸ ਸ਼ਬਦ ਦੇ ਨਾਲ ਇਸ ਸ੍ਰਿਸ਼ਟੀ ਦੀ ਰਚਨਾ ਹੋਈ, ਜਿਸ ਸ਼ਬਦ ਦੇ ਨਾਲ ਅਸੀਂ ਉਸ ਨੂੰ ਪਹਿਚਾਨ ਸਕਦੇ ਹਾਂ, ਜਿਸ ਸ਼ਬਦ ਦੇ ਨਾਲ ਉਹਨੂੰ ਅਸੀਂ ਮਿਲ ਸਕਦੇ ਹਾਂ, ਉਹ ਆਦਿ ਦਾ ਸ਼ਬਦ ਹੈ, ਲੇਕਿਨ ਉਹ ਕਾਲ ਦਾ ਨਹੀਂ ਹੈ, ਕਾਲ ਸ਼ਬਦ ਨਹੀਂ ਹੈ। ਕਿਉਂਕਿ ਕਹਿੰਦੇ ਕਾਲ ਕਾਲ ਸਭੇ ਗੁਹਰਾਏ, ਵਿਦੇਹ ਨਾਮ ਕੋਈ ਵਿਰਲਾ ਪਾਏ। ਕਾਲ ਸ਼ਬਦ ਅਸੀਂ ਸਾਰੇ ਜਪ ਰਹੇ ਹਾਂ, ਜਿਹੜੇ ਕਿ ਸਾਰੇ ਸ਼ਬਦ ਕਾਲ ਦੇ ਅਧੀਨ ਹਨ, ਪਰ ਜਦ ਤੱਕ ਉਹ ਸ਼ਬਦ ਵਿਦੇਹ ਦੇ ਵਿੱਚ ਨਹੀਂ ਜਾਂਦਾ ਔਰ ਵਿਦੇਹ ਸ਼ਬਦ ਨੂੰ ਨਹੀਂ ਮਿਲਦਾ, ਤਦ ਤੱਕ ਅਸੀਂ ਨਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਹਟ ਸਕਦੇ ਹਾਂ, ਨਾ ਸਾਨੂੰ ਤੋਂ ਛੁਟਕਾਰਾ ਮਿਲ ਸਕਦਾ ਹੈ, ਨਾ ਹੀ ਇਹ ਮਨ ਜਿਹੜਾ ਹੈ ਉਸ ਨੂੰ ਵਿਸ਼ਰਾਮ ਮਿਲ ਸਕਦਾ ਹੈ, ਨਾ ਹੀ ਇਹ ਮਨ ਜਿਹੜਾ ਹੈ ਉਸ ਨਾਮ ਦੇ ਅੰਮ੍ਰਿਤ ਰੂਪੀ ਸ਼ਬਦ ਦੀ ਜਿਹੜੀ ਜਿਮ ਜਿਮ ਵਰਸ ਰਿਹਾ ਹੈ ਉਹਨੂੰ ਰਸ ਆਨੰਦ ਲੈ ਸਕਦਾ ਹੈ। ਕਿ ਉਹ ਰਸ ਜਿਹੜਾ ਹੈ ਉਹ ਮਨ ਨੂੰ ਆਉਣਾ ਹੈ। ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ, ਜਿਹੜਾ ਪੇਟ ਫੁੱਲ ਹੋ ਜਾਂਦਾ, ਅਸੀਂ ਕੀ ਕਹਿੰਦੇ ਹਾਂ ਕਿ ਸਾਡਾ ਮਨ ਤ੍ਰਿਪਤ ਹੋ ਗਿਆ। ਕੋਈ ਚੀਜ਼ ਜ਼ਿਆਦਾ ਖਾ ਲਈ, ਅੱਜ ਕਹਿੰਦੇ ਸਾਡਾ ਮਨ ਭਰ ਗਿਆ ਹੈ, ਇੱਥੋਂ ਅਸੀਂ ਚੁੱਕ ਗਏ ਹਾਂ। ਕਹਿੰਦੇ ਜਿਹੜਾ ਨਾਮ ਸ਼ਬਦ ਹੈ, ਉਹ ਨਾਮ ਸ਼ਬਦ ਉਹ ਮਨ ਦੇ ਨਾਲ ਜਦੋਂ ਉਸਨੂੰ ਰਸ ਆਨੰਦ ਆਵੇਗਾ ਤੇ ਉਹਦੀ ਕਦੀ ਤ੍ਰਿਪਤੀ ਨਹੀਂ ਹੋਵੇਗੀ। ਇਸ ਕਰਕੇ ਹੀ ਉਸ ਸ਼ਬਦ ਨੂੰ ਮਹਾਰਸ ਮਿੱਠਾ ਕਿਹਾ ਗਿਆ ਹੈ। ਗੁਰੂ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਤੇ। ਹੁਣ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਪਰ ਅਸੀਂ ਵਿਚਾਰ ਨਹੀਂ ਕਰਦੇ। ਕਹਿੰਦੇ ਜਿਹੜੇ ਗੁਰੂ ਦਾ ਸ਼ਬਦ ਹੈ, ਜਿਸ ਸਾਨੂੰ ਗੁਰੂ ਨੇ, ਮੁਰਸ਼ਿਦ ਨੇ ਸਾਨੂੰ ਇੱਕ ਸ਼ਬਦ ਦੇ ਦਿੱਤਾ ਹੈ, ਉਹ ਸ਼ਬਦ ਜਿਹੜਾ ਹੈ ਕਹਿੰਦੇ ਮਹਾਰਸ ਮਿੱਠਾ ਹੈ। ਉਹਦੇ ਵਰਗਾ ਕੋਈ ਵੀ ਮਿਠਾਸ ਵਾਲਾ ਆਨੰਦ ਨਹੀਂ ਹੈ, ਉਹਦੇ ਵਰਗਾ ਕੋਈ ਸਵਾਦ ਨਹੀਂ ਹੈ। ਕਦੋਂ? ਜਦੋਂ ਸਾਨੂੰ ਸ਼ਬਦ ਦਾ ਪਤਾ ਚੱਲ ਜਾਵੇਗਾ। ਕਹਿੰਦੇ ਬਿਨ ਚਾਖੇ ਸਾਧ ਨਾ ਜਾਤੇ। ਜਿੰਨੀ ਦੇਰ ਤੱਕ ਅਸੀਂ ਕਿਸੇ ਵਸਤੂ ਨੂੰ, ਕਿਸੇ ਚੀਜ਼ ਨੂੰ ਖਾਂਦੇ ਨਹੀਂ ਹਾਂ, ਸਾਨੂੰ ਉਸ ਦਾ ਸਵਾਦ ਜਿਹੜਾ ਹੈ ਉਹ ਪਤਾ ਨਹੀਂ ਚੱਲਦਾ। ਕਿਸੇ ਨੂੰ ਮਿੱਠਾ ਸਵਾਦ ਚੰਗਾ ਲੱਗਦਾ, ਕਿਸੇ ਨੂੰ ਨਮਕ ਵਾਲਾ ਸਵਾਦ ਚੰਗਾ ਲੱਗਦਾ ਹੈ, ਪਰ ਉਹ ਸਵਾਦ ਚਖਾਂਗੇ ਫਿਰ ਪਤਾ ਲੱਗੇਗਾ ਇਸ ਰਸਨਾ ਨੂੰ ਕਿ ਉਹ ਸਵਾਦ ਜਿਹੜਾ ਹੈ ਉਹ ਮਿੱਠਾ ਹੈ ਕਿ ਫਿੱਕਾ ਹੈ। ਇਸ ਕਰਕੇ ਹੀ ਮਹਾਰਾਜ ਨੇ ਸਮਝਾਇਆ ਆਪਣੀ ਰਚਨਾ ਨੇ, ਗੁਰੂ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਤਾ। ਜਿਨ੍ਹਾਂ ਨੇ ਉਸ ਸ਼ਬਦ ਦਾ ਆਨੰਦ ਲਿੱਤਾ ਹੈ, ਜਿਨ੍ਹਾਂ ਨੇ ਉਸ ਸ਼ਬਦ ਨੂੰ ਆਪਣੇ ਅੰਦਰ ਧਾਰਨ ਕੀਤਾ ਹੈ, ਉਸ ਨੂੰ ਹੀ ਉਸ ਸ਼ਬਦ ਦੀ ਮਿਠਾਸ ਬਾਰੇ ਜਾਂ ਉਸ ਸ਼ਬਦ ਦੀ ਸ਼ਕਤੀ ਬਾਰੇ ਪਤਾ ਹੈ। ਜਿਸ ਨੇ ਚਖਿਆ ਹੀ ਨਹੀਂ, ਉਹ ਕਿਸ ਤਰ੍ਹਾਂ ਸਵਾਦ ਦੱਸੇਗਾ। ਜੇ ਮੇਰੇ ਵਰਗੇ ਨੇ ਕੁਝ ਖਾਦਾ ਹੀ ਨਹੀਂ ਹੈ, ਜੇ ਸਾਨੂੰ ਕੋਈ ਪੁੱਛੇ ਬਾਬਾ ਜੀ ਇਹਦਾ ਕੀ ਸਵਾਦ ਹੈ ਇਸ ਵਸਤੂ ਦਾ, ਜੇ ਮੈਂ ਕਹਾਂਗਾ ਮੈਂ ਤਾਂ ਭਾਈ ਖਾਦਾ ਨਹੀਂ, ਮੈਂ ਤੈਨੂੰ ਕੀ ਦੱਸਾਂਗਾ। ਤੇ ਮੈਂ ਉਸ ਦਾ ਸਵਾਦ ਨਹੀਂ ਦੱਸ ਸਕਦਾ, ਮੈਂ ਉਹਦਾ ਆਨੰਦ ਨਹੀਂ ਦੱਸ ਸਕਦਾ ਕਿ ਮੈਨੂੰ ਉਹ ਚੀਜ਼ ਚੰਗੀ ਲੱਗੀ ਜਾਂ ਨਹੀਂ ਲੱਗੀ। ਇਸੇ ਤਰ੍ਹਾਂ ਹੀ ਉਹ ਸ਼ਬਦ ਹੈ, ਜਦੋਂ ਉਹ ਸ਼ਬਦ ਸਾਡੇ ਅੰਦਰ ਜਾਵੇਗਾ, ਫਿਰ ਜਾ ਕੇ ਸਾਡੀ ਜਿਹੜੀ ਇਹ ਮਨ ਜਿਹੜਾ ਹੈ ਉਸ ਸ਼ਬਦ ਨਾਲ ਜੁੜੇਗਾ, ਫਿਰ ਜਾ ਕੇ ਪਤਾ ਚੱਲੇਗਾ ਕਿ ਉਸ ਸ਼ਬਦ ਦਾ ਕੀ ਆਨੰਦ ਹੈ। ਜਿਮ ਜਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਗੁਣ ਸ਼ਬਦ ਵਿਚਾਰ। ਹੁਣ ਅਸੀਂ ਸ਼ਬਦ ਨੂੰ ਤਾਂ ਸਮਝ ਨਹੀਂ ਰਹੇ। ਹੁਣ ਮਰ ਕਹਿੰਦੇ ਜੋ ਉਹ ਸ਼ਬਦ ਦਾ ਰਸ ਜਿਹੜਾ ਹੈ ਉਹਨੂੰ ਚੱਖਾਂਗੇ, ਫੇਰ ਹੀ ਜਾ ਕੇ ਪਤਾ ਚੱਲੇਗਾ। ਕੀ ਪਤਾ ਚੱਲੇਗਾ? ਕਹਿੰਦੇ ਜਿਮ ਜਿਮ ਵਰਸੇ ਅੰਮ੍ਰਿਤ ਧਾਰਾ। ਅੰਮ੍ਰਿਤ ਬੂੰਦ ਸੁਹਾਵਨੀ,
ਮਿਲ ਸਾਧੂ ਪੀਵਨਹਾਰ। ਜਿਹੜਾ ਅੰਮ੍ਰਿਤ ਦੀ ਬੂੰਦ ਹੈ, ਜਦ ਤੱਕ ਸਾਨੂੰ ਕੋਈ ਸਾਧੂ ਨਹੀਂ ਪਿਲਾਉਣ ਵਾਲਾ ਮਿਲਦਾ, ਉਨੀ ਦੇਰ ਤੱਕ ਸਾਨੂੰ ਉਹਦੀ ਆਨੰਦ ਨਹੀਂ ਪਤਾ ਚੱਲੇਗਾ, ਉਹਦਾ ਸਵਾਦ ਨਹੀਂ ਆਵੇਗਾ। ਇਸ ਕਰਕੇ ਹੀ ਕਿਹਾ ਜਾਂਦਾ ਬਾਣੀ ਦੇ ਅੰਦਰ ਕਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨਹਾਰ। ਸਾਨੂੰ ਸਾਧੂ ਦੀ ਮਹਿਮਾ ਦਾ ਨਹੀਂ ਪਤਾ, ਸਤਸੰਗ ਦੀ ਮਹਿਮਤਾ ਨਹੀਂ ਪਤਾ ਕਿ ਸਤਸੰਗ ਕਿਹਨੂੰ ਕਹਿੰਦੇ ਹਨ, ਸਤਸੰਗ ਕਿਸ ਦਾ ਨਾਮ ਹੈ। ਸਤਸੰਗ ਦੇ ਵਿੱਚ ਜਾਣ ਦੇ ਨਾਲ, ਸਤਸੰਗ ਸਮਝਣ ਨਾਲ ਜਿਹੜਾ ਜੀਵ ਸਤਸੰਗ ਦੇ ਵਿੱਚ ਆ ਜਾਂਦਾ ਹੈ, ਸਤਸੰਗ ਨੂੰ ਸਮਝਦਾ ਹੈ, ਉਸ ਨੂੰ ਕੀ ਪ੍ਰਾਪਤ ਮਿਲਦਾ ਹੈ ਕਿ ਜਿਹੜਾ ਸਤਸੰਗ ਹੈ ਉਹ ਇਸ ਮਨ ਦੇ ਤਪਤੀ ਹੋਈ ਤ੍ਰਿਸ਼ਨਾਵਾਂ ਨੂੰ ਸ਼ਾਂਤ ਕਰਦਾ ਹੈ। ਜਿਹੜਾ ਸਤ ਔਰ ਸੰਗ ਦੇ ਨਾਲ ਜੁੜ ਜਾਂਦਾ, ਜਿਹੜਾ ਸਤਸੰਗ ਨਾਲ ਜੁੜਦਾ ਹੈ, ਉਹਦਾ ਮਨ ਜਿਹੜਾ ਹੈ ਠੰਡਾ ਹੋ ਜਾਂਦਾ ਹੈ, ਮਨ ਦੇ ਅੰਦਰ ਇੱਕ ਸ਼ਾਂਤ ਵਾਤਾਵਰਨ ਪੈਦਾ ਹੋ ਜਾਂਦਾ ਹੈ। ਉਹਨੂੰ ਬਾਹਰਲੀਆਂ ਗੱਲਾਂ, ਬਾਹਰਲੀਆਂ ਵਸਤੂਆਂ ਚੰਗੀਆਂ ਨਹੀਂ ਲੱਗਦੀਆਂ। ਜਿਹੜਾ ਜੀਵ ਸਤਸੰਗ ਦੇ ਵਿੱਚ ਜਾ ਕੇ ਜਿਸ ਦਾ ਮਨ ਕਲਪਿਤ ਰਹਿੰਦਾ ਹੈ, ਇਸ ਦਾ ਮਤਲਬ ਹੈ ਕਿ ਉਹ ਸਤਸੰਗ ਨਾਲ ਜੁੜਿਆ ਨਹੀਂ ਹੈ, ਉਸਨੇ ਨਾਮ ਸ਼ਬਦ ਨੂੰ ਵਿਚਾਰਿਆ ਨਹੀਂ ਹੈ। ਜਿਹੜੇ ਜੀਵ ਦਾ ਸਤਸੰਗ ਦੇ ਅੰਦਰ ਜਾ ਕੇ ਮਨ ਕਲਪਦਾ ਹੈ, ਜਿਸ ਨੂੰ ਤ੍ਰਿਸ਼ਨਾਵਾਂ ਦੇ ਖਤਮ ਨਹੀਂ ਹੁੰਦੀਆਂ, ਸਤਸੰਗ ਦੇ ਵਿੱਚ ਜਾਣ ਦੇ ਨਾਲ ਉਸਦਾ ਮਨ ਜਿਹੜਾ ਹੈ ਠੰਡਕ ਦੇ ਵਿੱਚ ਚਲਾ ਜਾਂਦਾ ਹੈ। ਉਹ ਜਿਹੜਾ ਸਤਸੰਗੀ ਜੀਵ ਹੈ, ਜਿਹੜਾ ਸਤਸੰਗ ਨੂੰ ਸਮਝਦਾ ਹੈ, ਉਹਦੇ ਅੰਦਰ ਇੱਕ ਮਿਠਾਸ ਸ਼ਬਦਾਂ ਦੇ ਵਿੱਚ ਆ ਜਾਂਦੀ ਹੈ। ਉਸਦੀ ਬਾਣੀ ਤੋਂ, ਉਹਦੇ ਸ਼ਬਦਾਂ ਤੋਂ ਮਿੱਠੇ ਬੋਲ ਨਿਕਲਦੇ ਹਨ। ਤੁਸੀਂ ਕਦੀ ਵੀ ਕਿਸੇ ਸੰਤ ਮਹਾਤਮਾ ਕੋਲ ਚਲ ਜਾਓ, ਜਿਹੜੇ ਪੂਰਨ ਸੰਤ ਮਹਾਤਮਾ ਹੁੰਦੇ ਹਨ, ਉਹ ਕਦੀ ਵੀ ਕਿਸੇ ਵੀ ਜੀਵ ਦਾ ਮਨ ਨਹੀਂ ਦੁਖਾਉਂਦੇ। ਉਹ ਹਮੇਸ਼ਾ ਹੀ ਆਪਣੀ ਬਾਣੀ ਦੇ ਨਾਲ, ਆਪਣੇ ਮਿੱਠੇ ਬੋਲਾਂ ਦੇ ਨਾਲ, ਆਪਣੇ ਜੀਵਾਂ ਦਾ, ਆਪਣੇ ਦਾਸਾਂ ਦਾ, ਆਪਣੇ ਭਗਤਾਂ ਦਾ ਸ਼ਬਦਾਂ ਦੇ ਰਾਹੀਂ ਉਸ ਨੂੰ, ਉਹਦੇ ਮਨ ਨੂੰ ਠਹਿਰਾਓ ਦਿੰਦੇ ਹਨ। ਔਰ ਸਤਸੰਗ ਦੇ ਵਿੱਚ ਜੋ ਜਾਂਦੇ ਹਾਂ ਤਾਂ ਸਾਨੂੰ ਇੱਕ ਸੰਤੋਸ਼ ਪ੍ਰਾਪਤ ਹੋ ਜਾਂਦਾ ਹੈ, ਸਿਦਕ ਪ੍ਰਾਪਤ ਹੁੰਦਾ ਹੈ, ਇੱਕ ਸਬਰ ਮਿਲ ਜਾਂਦਾ ਹੈ, ਲਾਲਚ ਖਤਮ ਹੋ ਜਾਂਦਾ ਹੈ। ਜਿਹੜੇ ਸਤਸੰਗੀ ਜੀਵ ਦਾ ਸਤਸੰਗ ਦੇ ਵਿੱਚ ਜਾ ਕੇ ਮਨ ਸਿਦਕਤਾ ਵਿੱਚ ਨਹੀਂ ਭਰਿਆ, ਜਾਂ ਉਸ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਨਹੀਂ ਨਿਕਲੇ, ਇਹਦਾ ਮਤਲਬ ਆ ਕਿ ਉਹਨੂੰ ਸਤਸੰਗ ਦੇ ਲਈ ਸਮਝ ਨਹੀਂ ਆਈ, ਉਹ ਸੱਚੇ ਸੰਗ ਦੇ ਨਾਲ ਜੁੜਿਆ ਨਹੀਂ, ਉਹ ਸਾਧ ਸੰਗਤ ਨਹੀਂ ਕੀਤੀ, ਉਹਨੂੰ ਸਤਪੁਰਸ਼ ਦਾ ਸੰਗ ਨਹੀਂ ਮਿਲਿਆ, ਨਾਮ ਦਾ ਸੰਗੀ ਨਹੀਂ ਬਣਿਆ, ਨਾਮ ਦਾ ਸੰਗ ਨਹੀਂ ਕੀਤਾ। ਕਿਉਂਕਿ ਜਿਹੜਾ ਜੀਵ ਨਾਮ ਜਪਣ ਵਾਲਾ ਹੈ, ਨਾਮ ਸਿਮਰਨ ਕਰਨ ਵਾਲਾ ਹੈ, ਉਸ ਦੇ ਅੰਦਰ ਸਬਰ ਔਰ ਸੰਤੋਖ ਆ ਜਾਂਦਾ ਹੈ। ਜਿਸ ਜੀਵ ਦੇ ਅੰਦਰ ਸਬਰ ਔਰ ਸੰਤੋਖ ਨਹੀਂ ਆਉਂਦਾ, ਇਸ ਦਾ ਮਤਲਬ ਹੈ ਕਿ ਉਸ ਨੂੰ ਹਲੇ ਨਾਮ ਦੇ ਬਾਰੇ ਗਿਆਨ ਨਹੀਂ ਹੈ। ਉਹ ਦੂਸਰਾ ਹੈ ਕਿ ਸਤਸੰਗ ਇੱਕ ਐਸਾ ਸੱਚ ਹੈ, ਉਹ ਸਾਨੂੰ ਦੂਸਰੇ ਪਾਸੇ ਨਹੀਂ ਲੈ ਕੇ ਜਾਂਦਾ, ਸਾਨੂੰ ਝੂਠ ਤੋਂ ਪਰੇ ਰੱਖਦਾ ਹੈ, ਔਰ ਸਾਡੇ ਅੰਦਰ ਸਭ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਸਾਡੇ ਅੰਦਰ ਅਸ਼ਾਂਤੀ ਦਾ ਜਿਹੜਾ ਵਾਤਾਵਰਨ ਹੈ, ਉਹ ਸਿਰਫ ਇੱਕ ਸਤਸੰਗ ਹੀ ਦੂਰ ਕਰ ਸਕਦਾ। ਸਤਸੰਗ ਇੱਕ ਐਸੀ ਦਵਾ ਹੈ, ਇੱਕ ਐਸੀ ਮੈਡੀਸਨ ਹੈ, ਕਿਉਂਕਿ ਇੱਕ ਮੈਡੀਸਨ ਹੈ, ਇੱਕ ਮੈਡੀਕੇਸ਼ਨ ਹੈ। ਮੈਡੀਸਨ ਜਿਹਨੂੰ ਕਹਿ ਦਿੰਦੇ ਆ, ਜਿਹੜੀ ਮੈਡੀਸਨ ਹੈ ਉਹ ਸਾਡੀ ਦਵਾ ਹੈ। ਕਾਹਦੀ? ਸਰੀਰ ਦੇ ਰੋਗਾਂ ਦੀ। ਕਿਸੇ ਨੂੰ ਫਲੂ ਹੋ ਗਿਆ ਹੈ, ਕਿਸੇ ਨੂੰ ਬੁਖਾਰ ਹੋ ਗਿਆ ਹੈ, ਕਿਸੇ ਦੇ ਕੋਈ ਦਰਦ ਲੱਗ ਗਿਆ ਹੈ, ਉਹ ਬਾਹਰਲੇ ਇਸ ਡਾਕਟਰਾਂ ਦੀ ਮੈਡੀਸਨ ਖਾਣ ਦੇ ਨਾਲ, ਉਹਦੇ ਨਾਲ ਅਸੀਂ ਆਪਣੇ ਆਪ ਨੂੰ ਕੁਝ ਸਮੇਂ ਲਈ ਨਿਰੋਗ ਕਰ ਸਕਦੇ ਹਾਂ। ਪਰ ਜਿਹੜੀ ਮੈਡੀਟੇਸ਼ਨ ਹੈ, ਜਿਹੜਾ ਧਿਆਨ ਹੈ, ਉਹਦੇ ਨਾਲ ਸਾਡੇ ਜਿਤਨੇ ਵੀ ਅੰਦਰਲੇ ਵਿਕਾਰ ਹਨ, ਮਾਨਸਿਕ ਰੋਗ ਹਨ, ਤ੍ਰਿਸ਼ਨਾਵਾਂ ਹਨ, ਇੱਛਾਵਾਂ ਹਨ, ਨੈਗੇਟਿਵਿਟੀ ਹੈ, ਨਕਾਰਾਤਮਕ ਵਿਚਾਰ ਹਨ, ਕਿਸੇ ਦੇ ਲਈ ਧੋਖਾ ਦੇਣ ਦੇ ਵਿਚਾਰ ਹਨ, ਕਿਸੇ ਨੂੰ ਚੋਰੀ ਕਰਨ, ਹੇਰਾ ਫਰੇਬੀ ਕਰਨ ਦੇ ਵਿਚਾਰ ਹਨ, ਕਿਸੇ ਨੂੰ ਲੁੱਟਣ ਨੂੰ, ਕਿਸੇ ਨੂੰ ਠੱਗਣ ਦੇ ਵਿਚਾਰ ਹਨ। ਜਿਹੜਾ ਜੀਵ ਮੈਡੀਟੇਸ਼ਨ ਕਰਦਾ ਹੈ, ਉਸ ਪ੍ਰਮਾਤਮਾ ਦੇ ਨਾਮ ਦਾ ਧਿਆਨ ਕਰਦਾ ਹੈ, ਉਸ ਜਿਹੜੇ ਮਾਨਸਿਕ ਰੋਗ ਹਨ, ਜਿਹੜੇ ਮਨ ਦੇ ਵਿਕਾਰਾਂ ਤੋਂ ਨਿਕਲ ਜਾਂਦਾ ਹੈ। ਜਦ ਤੱਕ ਅਸੀਂ ਇਸ ਮਨ ਦੇ ਨਾਲ ਮੈਡੀਟੇਸ਼ਨ ਨਹੀਂ ਕਰਦੇ, ਧਿਆਨ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਮਨ ਵਿਕਾਰਾਂ ਦੇ ਵਿੱਚ ਹੀ ਲਿਪਤ ਰਹਿੰਦਾ ਹੈ। ਜਦ ਤੱਕ ਇਹ ਮਨ ਵਿਕਾਰਾਂ ਦੇ ਅੰਦਰ ਲਿਪਤ ਹੈ,
ਤਦ ਤੱਕ ਇਹ ਮਨ ਜਿਹੜਾ ਹੈ ਉਹ ਸ਼ਾਂਤ ਰਹਿੰਦਾ ਹੈ, ਕਿਉਂਕਿ ਮਨ ਨੂੰ ਸਮਝਣ ਵਾਸਤੇ ਨਾਮ ਦੀ ਜ਼ਰੂਰਤ ਹੈ। ਇਸ ਕਰਕੇ ਹੀ ਕਬੀਰ ਸਮਝਾਉਂਦੇ ਕਿ 5 3 ਅਧੀਨ ਕਾਇਆ ਕੇ, ਕਿ ਜਦ ਤੱਕ ਅਸੀਂ ਇਸ 5 ਚੋਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਇਹ ਤੋਂ ਉੱਪਰ ਨਹੀਂ ਉੱਠਦੇ, ਇਹਨਾਂ 3 ਲੋਕਾਂ ਤੋਂ ਉੱਪਰ ਨਹੀਂ ਉੱਠਦੇ, ਤਦ ਤੱਕ ਸਾਨੂੰ ਉਹ ਨਹੀਂ ਆਵੇਗਾ। ਕਹਿੰਦੇ ਦੇਹ ਮੇ ਵਿਦੇਹ ਦਰਸੇ, ਦੇਹ ਮੇ ਵਿਦੇਹ ਦਰਸੇ ਗੁਰਮੁਖ ਨਿਜ ਮਤ ਏਕ ਹੀ ਹੈ। ਕਿ ਜਿਹੜਾ 5 3 ਅਧੀਨ ਕਾਇਆ ਤੋਂ ਨਿਆਰ ਸ਼ਬਦ ਨਾਲ ਜੁੜ ਜਾਂਦਾ ਹੈ, ਉਹ ਜਿਹੜਾ ਵੱਖਰਾ ਸ਼ਬਦ ਹੈ ਉਹਦੇ ਨਾਲ ਮਿਲ ਜਾਂਦਾ ਹੈ, ਉਹਦੇ ਅੰਦਰੋਂ ਨਾ ਸਤੋ ਗੁਣ ਦੀ ਇੱਛਾ ਰਹਿੰਦੀ ਹੈ, ਨਾ ਤਮੋ ਗੁਣ ਦੀ ਇੱਛਾ ਰਹਿੰਦੀ ਹੈ, ਨਾ ਇਹ ਗੁਨਾਹ ਤੋਂ ਉੱਪਰ ਖੜਦਾ ਹੈ ਔਰ ਇੰਦਰੀਆਂ ਤੋਂ ਉੱਪਰ ਖੜਦਾ ਹੈ। ਕਹਿੰਦੇ ਦੇਹ ਮੇ ਵਿਦੇਹ ਦਰਸੇ ਗੁਰਮਤ ਨਿਜ ਮਤ ਤੇ ਕਹੀ, ਕਿ ਜਿਹੜੇ ਸੰਤ ਮਤ ਫਰਮਾਨ ਹੈ, ਸੰਤਾਂ ਦਾ ਜਿਹੜਾ ਫਰਮਾਨ ਹੈ, ਜਿਹੜੇ ਮਹਾਪੁਰਸ਼ਾਂ ਦਾ ਫਰਮਾਨ ਹੈ, ਉਹ ਕਹਿੰਦੇ ਹਨ ਕਿ ਇਸ ਦੇਹ ਦੇ ਅੰਦਰ ਹੀ ਉਹ ਵਿਦੇਹ ਹੈ। ਸਾਨੂੰ ਗੁਰੂ ਇਹ ਸਮਝਾਉਂਦੇ ਹਨ ਕਿ ਇਸ ਸ਼ਬਦ ਦੇ ਰਾਹੀਂ ਇਸ ਦੇਹ ਦੇ ਵਿੱਚ ਜਾ ਕੇ ਉਸ ਵਿਦੇਹ ਸ਼ਬਦ ਨਾਲ ਮਿਲਣਾ ਹੈ। ਜਦ ਤੱਕ ਅਸੀਂ ਇਸ ਸ਼ਬਦ ਦੇ ਰਾਹੀਂ ਦੇਹ ਤੋਂ ਨਿਕਲ ਕੇ ਉਸ ਵਿਦੇਹ ਸ਼ਬਦ ਵਿੱਚ ਨਹੀਂ ਮਿਲਦੇ, ਉਨੀ ਦੇਰ ਤੱਕ ਸਾਡਾ ਜਿਹੜਾ ਅਨਹਦ ਸ਼ਬਦ ਹੈ ਅਸੀਂ ਉਹਦੀ ਪਹਿਚਾਣ ਨਹੀਂ ਕਰ ਸਕਦੇ, ਕਿਉਂਕਿ ਅਨਹਦ ਸ਼ਬਦ ਜਿਹੜਾ ਹੈ ਉਹ ਵਿਦੇਹ ਦਾ ਹੈ, ਉਹ ਜਿਹੜਾ ਨਾਮ ਸ਼ਬਦ ਹੈ ਉਹ ਦੇਹ ਦਾ ਹੈ। ਕਿਉਂਕਿ ਦੇਹ ਦੇ ਨਾਲ, ਸਰੀਰ ਦੇ ਨਾਲ, ਮਨ ਦੇ ਨਾਲ, ਇੰਦਰੀਆਂ ਦੇ ਨਾਲ ਅਸੀਂ ਇਸ ਨਾਮ ਸ਼ਬਦ ਨਾਲ ਜੁੜ ਕੇ ਇਹ ਤੋਂ ਬਾਹਰ ਨਿਕਲ ਕੇ 10ਵੇਂ ਦੁਆਰ ਤੇ ਜਾ ਕੇ ਇੱਥੋਂ ਦੇਹ ਤੋਂ ਵਿਦੇਹ ਹੋ ਜਾਂਦਾ ਹੈ। ਇਸ ਤੋਂ ਥੱਲੇ ਅਸੀਂ ਦੇਹ ਦੇ ਵਿੱਚ ਹਾਂ, ਇਸ ਤੋਂ ਉੱਪਰ ਅਸੀਂ ਵਿਦੇਹ ਚਲੇ ਜਾਂਦੇ ਹਾਂ। ਜਦੋਂ ਸ਼ਬਦ ਜਿਹੜਾ ਹੈ ਇਸ ਦੇਹ ਤੋਂ ਨਿਕਲ ਕੇ ਵਿਦੇਹ ਦੇ ਵਿੱਚ ਜਾਂਦਾ ਹੈ, ਫਿਰ ਜਾ ਕੇ ਸਾਨੂੰ ਉਸ ਸੱਚੇ ਨਾਮ ਦਾ ਪਤਾ ਲੱਗਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਹਨ, ਸੱਚੇ ਨਾਮ ਕੀ ਦਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਤਦ ਜਾ ਕੇ ਸਾਨੂੰ ਉਹ ਵਿਦੇਹ ਰੂਪੀ ਸ਼ਬਦ ਹੈ ਉਸ ਦੀ ਕੀਮਤ ਦਾ ਪਤਾ ਲੱਗਦਾ ਹੈ, ਕਿ ਉਹ ਸ਼ਬਦ ਜਿਹੜਾ ਹੈ ਕਿੰਨਾ ਕੁ ਕੀਮਤੀ ਹੈ। ਪਰ ਸਾਨੂੰ ਇਸ ਸਰੀਰ ਦੇ ਵਿੱਚ ਰਹਿੰਦੇ ਹੋਏ ਸਾਨੂੰ ਉਸ ਨਾਮ ਸ਼ਬਦ ਦੀ ਜਿਹੜੀ ਕੀਮਤ ਹੈ ਉਹਦਾ ਗਿਆਨ ਨਹੀਂ ਹੈ। ਤੇ ਮਹਾਰਾਜ ਇਹੀ ਸਮਝਾਉਂਦੇ ਹਨ ਕਿ ਸੇਵਕ ਸੇਵ ਭਗਤ ਕਮਾਈ, ਤੁਧ ਤੇ ਹੈ ਰਾਮਾ ਪਾਈ। ਤੂੰ ਦਰਿਆਉ ਤੂੰ ਹੀ ਬੰਦ, ਤੂੰ ਬੰਧੂ ਤੂੰ ਹੀ ਬਰਿਆਤਾ। ਮਹਾਰਾਜ ਕਹਿੰਦੇ ਹਨ ਕਿ ਜਿਹੜੀ ਜੀਵ ਉਸ ਭਗਤੀ ਕਮਾਈ ਵਿੱਚ ਕਰਦਾ ਹੈ, ਉਹੀ ਹੀ ਉਸ ਰਾਮ ਨੂੰ ਪਾ ਸਕਦਾ ਹੈ। ਸੇਵਕ ਸੇਵ ਭਗਤ ਕਮਾਈ, ਤੁਧ ਤੇ ਹੈ ਰਾਮਾ ਪਾਈ। ਕਹਿੰਦਾ ਮਤਲਬ ਸੇਵਕ ਬਣਨਾ, ਸੇਵਕਾਈ ਦੇ ਵਿੱਚ ਜਾਣਾ, ਭਗਤੀ ਕਰਨਾ, ਇਹ ਅਸੀਂ ਨਹੀਂ ਕਰ ਸਕਦੇ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਇਸ ਪ੍ਰਭੂ ਦੀ, ਉਸ ਰਾਮ ਦੀ ਕਿਰਪਾ ਹੋਵੇ, ਉਹੀ ਸਾਡੇ ਤੇ ਰਹਿਮਤ ਕਰੇ, ਤਾਂ ਹੀ ਸਾਨੂੰ ਇਹ ਭਗਤੀ ਮਿਲ ਸਕਦੀ ਹੈ। ਤੇ ਨਾਲ ਹੀ ਮਹਾਰਾਜ ਸਮਝ, ਤੂੰ ਦਰਿਆਉ ਤੂੰ ਹੀ ਬੰਦ, ਤੂੰ ਬੰਧੂ ਤੂੰ ਹੀ ਬਰਾਦਰ। ਜਿਸ ਤਰ੍ਹਾਂ ਕਿ ਇੱਕ ਨਦੀ ਹੈ, ਨਦੀ ਦੇ ਅੰਦਰ 2 ਬੰਦ ਬਣੇ ਹੋਏ ਹੁੰਦੇ ਹਨ, ਤੇ ਉਸ ਪ੍ਰਮਾਤਮਾ ਨੇ, ਉਸ ਨਾਰਾਇਣ ਨੇ, ਅਕਾਲ ਪੁਰਖ ਨੇ ਉਸ ਪਾਣੀ ਹੈ ਉਹ ਬੰਦ ਕੀਤਾ ਹੋਇਆ ਹੈ 2 ਕਿਨਾਰਿਆਂ ਦੇ ਰਾਹੀਂ। ਐਸੀ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੇ ਵੀ 2 ਹੀ ਕਿਨਾਰੇ ਹਨ, ਇੱਕ ਸੱਚ ਦਾ, ਇੱਕ ਝੂਠ ਦਾ, ਇੱਕ ਲੋਕ ਦਾ, ਇੱਕ ਪਰਲੋਕ ਦਾ। ਇਹਨੂੰ ਬੰਧਨ ਦੇ ਵਿੱਚ ਮਹਾਰਾਜ ਨੇ ਬੰਨਿਆ ਹੋਇਆ ਹੈ ਸਾਨੂੰ, ਕਿਉਂਕਿ ਮਨ ਜਿਹੜਾ ਹੈ ਉਹ ਬੰਧਨ ਦਾ ਕਾਰਨ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ। ਜਦ ਤੱਕ ਅਸੀਂ ਇਸ ਮਨ ਨੂੰ ਨਹੀਂ ਵਿਚਾਰਦੇ, ਉਨੀ ਦੇਰ ਤੱਕ ਅਸੀਂ ਇਸ ਬੰਧਨਾਂ ਦੇ ਵਿੱਚ ਹੀ ਫਸੇ ਰਹਾਂਗੇ। ਜਦੋਂ ਸਾਨੂੰ ਉਸ ਮਨ ਦਾ ਗਿਆਨ ਹੋ ਗਿਆ, ਗੁਰੂ ਸ਼ਬਦ ਸਾਨੂੰ ਪ੍ਰਾਪਤ ਹੋ ਗਿਆ, ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਉਸ ਲੋਕ 'ਚ ਨਹੀਂ ਜਾ ਸਕਦੇ।
ਸੁਖਦੇਵ ਮਨੀ ਇਤਨੇ ਬੜੇ ਰਿਸ਼ੀ ਹੋਏ ਹਨ, ਇਤਨੇ ਉੱਚੇ ਸੰਤ ਮਹਾਤਮਾ ਹੋਏ ਹਨ, ਉਹਨਾਂ ਨੂੰ ਵੀ ਵੈਕੁੰਠ ਦੇ ਵਿੱਚ ਜਗ੍ਹਾ ਨਹੀਂ ਮਿਲੀ। ਸੁਖਦੇਵ ਬਿਓ ਗਰਭ ਗਣੇਸ਼ਵਰ, ਉਨ ਸਮਾਨ ਨਹੀਂ ਥਾਪਿਓ ਠਾਕੁਰ। ਤਪ ਕੇ ਤੇਜ ਗੇ ਹਰਿਦਾਮਾ, ਬਿਨ ਗੁਰੂ ਨਹੀਂ ਲੈ ਵਿਸ਼ਰਾਮਾ। ਸੁਖਦੇਵ ਮੁਨੀ ਨੂੰ ਵੀ, ਜਿਨ੍ਹਾਂ ਨੇ ਕਿ 12 ਸਾਲ ਬਾਅਦ ਆਪਣੀ ਮਾਤਾ ਦੀ ਕੁੱਖ 'ਚ ਜਨਮ ਲਿੱਤਾ, और जन्म लेंदे सार ही उन्होंने विराग पैदा हो गया और वो संसार छड्ड के चले गए। कहते वो अपने तप दे नाल, अपने तेज दे नाल तप करके उस सचखंड दे विच गए, पर उत्थे भी उन्होंने जगह नहीं मिली कि उन्होंने कहा कि तेरे को गुरु नहीं है। तो उत्थों उन्होंने मुड़ के वापस जो धक्के पे वैकुंठ दे विचों पुश करके थल्ले भेजा गया, तो उन्होंने आन के गुरु बनाना पिया। उन्होंने फिर राजा जनक नूं अपना गुरु बनाया, तो राजा जनक नूं गुरु बनाने वास्ते भी उन्होंने 12 साल लग गए। 12 साल उन्होंने राजा जनक दियां झूठे पत्थरां दे विच रह के, झूठे पत्थरां दे नाल पेट भरिया, जो राजा जनक खा के अपने पत्थर पिछे छिड़ दिंदे सन, ਉਹਦੇ ਵਿੱਚ ਖੜ ਕੇ ਉਹਨਾਂ ਤਪ ਕਰਕੇ ਤੋਂ ਖਾ ਕੇ ਜੀ ਕੀਤਾ। ਫਿਰ ਜਾ ਕੇ ਉਹਨਾਂ ਨੂੰ ਗੁਰੂ ਪ੍ਰਾਪਤ ਹੋਇਆ। ਤੇ ਅਸੀਂ ਕੀ ਕਰਦੇ ਹਾਂ? ਅਸੀਂ 2 ਦਿਨ ਗਏ ਸਤਸੰਗ ਤੇ, 4 ਵਾਰੀ ਗਏ, 10 ਵਾਰੀ ਗਏ, ਤੇ ਅਸੀਂ ਕਹਿੰਦੇ ਕਿ ਸਾਨੂੰ ਗੁਰੂ ਮਿਲ ਜਾਵੇ, ਗੁਰੂ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਨਹੀਂ ਹੈ। ਗੁਰੂ ਪਾਵਨ ਦੇ ਲਈ, ਗੁਰੂ ਗ੍ਰਹਿਣ ਕਰਨ ਦੇ ਲਈ ਵੀ ਸਾਨੂੰ ਤਪ ਕਰਨ ਦੀ ਜ਼ਰੂਰਤ ਹੈ। ਇਹ ਪੁਰਬਲੇ ਤਪ ਕਰਮ ਕੀਤੇ ਹੋਏ ਹੋਣਗੇ, ਤਦ ਜਾ ਕੇ ਸਾਨੂੰ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਗੁਰੂ ਦੀ ਪ੍ਰਾਪਤ ਹੁੰਦੀ, ਨਹੀਂ ਤਾਂ ਨਹੀਂ ਹੁੰਦੇ। ਪਰ ਮਹਾਰਾਜ ਜੀ ਬਾਣੀ ਦੇ ਰਾਹੀਂ ਸਮਝਾਉਂਦੇ ਹਨ ਕਿ ਜਿਸ ਨਾਮ ਨਾਲ ਸਾਡੇ ਦੁੱਖ ਕੱਟਣੇ ਹਨ, ਉਹ ਸਾਡੇ ਅੰਦਰ ਹੈ, ਅਸੀਂ ਉਹਨੂੰ ਬਾਹਰ ਲੱਭਦੇ ਫਿਰਦੇ ਹਾਂ। ਜਿਨ ਕਾਰਨ ਜਗ ਢੂੰਢਿਆ वो तो घट माहे, पर्दा दिया भ्रम का ताते सूझे ना है। महाराज ये भी समझाते हैं, कहना कथन न छूटिए, ना पढ़ पुस्तक पार, काया सोच ना पाइए, बिन हर भगत प्यार, नानक नाम ना विसरे, गुरु मेले करतार। ਹੁਣ ਇਨ ਸ਼ਬਦਾਂ ਨੂੰ ਅਸੀਂ ਜਿੰਨਾ ਕਰ ਨਹੀਂ ਵਿਚਾਰਦੇ, ਉਨੀ ਦੇਰ ਤੱਕ ਅਸੀਂ ਉਸ ਮਾਲਕ ਦੇ ਨਾਲ ਨਹੀਂ ਜੁੜੇ। ਕਹਿੰਦੇ ਕਥਨਾ ਕਹਿਣ ਨਾ ਛੁੱਟੀਏ, ਅਸੀਂ ਗੱਲਾਂ ਬਾਤਾਂ ਵਿੱਚ ਹੀ ਪੈ ਰਹਿੰਦੇ ਹਾਂ। ਨਾ ਪੜ੍ਹ ਪੁਸਤਕ ਪਾਰ, ਅਸੀਂ ਕਿਤਾਬਾਂ ਦਾ ਭਾਰ ਚੱਕੀ ਫਿਰਦੇ ਹਾਂ। ਤੇ ਮਹਾਰਾਜ ਕਹਿੰਦੇ ਪੁਸਤਕਾਂ ਦੇ ਗਿਆਨ ਦੇ ਭਾਰ ਦਾ ਸਾਨੂੰ ਕੋਈ ਮਤਲਬ ਨਹੀਂ ਹੈ। ਉਹ ਗਿਆਨੀ ਬਣ ਕੇ ਜਿਸ ਕਹੀ ਕਿ ਅਸੀਂ ਰੱਬ ਨੂੰ ਪਾਲਵਾਂਗੇ ਤਾਂ ਨਹੀਂ ਹੋ ਸਕਦਾ। ਕਹਿੰਦੇ ਕਥਨੇ ਕਹਿਣ ਨਾ ਛੁੱਟੀਏ, ਅਸੀਂ ਕਹਿ ਨਾ ਪੁਕਾਰ ਕੇ ਲੋਕਾਂ ਨੂੰ ਕਿਤਾਬੀ ਗਿਆਨ ਦੇ ਕੇ ਤੇ ਉਹਦੇ ਨਾਲ ਸਾਡੀਆਂ ਕਹਾਣੀਆਂ ਖਤਮ ਨਹੀਂ ਹੁੰਦੀਆਂ, ਕਿਉਂਕਿ ਸਾਨੂੰ ਸਤਸੰਗ ਦਾ ਪਤਾ ਨਹੀਂ ਹੈ। ਕਹਿੰਦੇ ਇੱਕ ਘੜੀ ਕਹਿ ਸਤਸੰਗ ਹੈ ਕਿੰਨਾ ਅਨਮੋਲ ਹੈ। एक घड़ी आदि से भी याद, संतन से गोष्ठी जिनकी न सुला। ਉਹ ਸਤਸੰਗ ਇੱਕ ਘੜੀ ਦਾ, ਸੰਤਾਂ ਦਾ ਸੰਗ ਤੇ ਇੱਕ ਘੜੀ ਦਾ ਮਿਲ ਜਾਵੇ, ਇੱਕ ਪੂਰਨ ਸੰਤ ਦਾ, ਤੇ ਉਹ ਸਾਡਾ ਜੀਵਨ ਬਦਲ ਦਿੰਦਾ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਸਤਸੰਗ ਤੇ ਗਏ ਹਾਂ, ਸਾਨੂੰ ਮਿਲਿਆ ਕੁਛ ਨਹੀਂ। ਸਤਸੰਗ ਅਸੀਂ ਗ੍ਰਹਿਣ ਨਹੀਂ ਕੀਤਾ ਤੇ ਮਿਲੇਗਾ ਕੀ? ਇਹਦੇ ਬਾਰੇ ਇੱਕ ਛੋਟੀ ਜਿਹੀ ਤੁਹਾਨੂੰ ਇੱਕ ਸਾਖੀ ਸੁਣਾਉਂਦੇ ਹਾਂ, ਕਥਾ ਹੈ। ਕੀ ਹੈ? ਇੱਕ ਸ਼ਾਹੂਕਾਰ ਸੀਗਾ, ਬੜਾ ਲਾਲਚੀ ਸੀਗਾ, ਬਹੁਤ ਲੋਭੀ ਸੀਗਾ। ਉਹ ਕਿਸੇ ਕਿਸਾਨ ਨੂੰ ਉਸਨੇ ਕਰਜ਼ਾ ਦਿੱਤਾ ਹੋਇਆ ਸੀਗਾ, ਤੇ ਉਹ ਕਰਜ਼ਾ ਉਹ ਕਿਸਾਨ ਜਿਹੜਾ ਸੀ ਉਹ ਨਹੀਂ ਉਤਾਰ ਸਕਿਆ, ਉਹ ਨਹੀਂ ਵਾਪਸ ਕਰ ਸਕਿਆ। ਤੇ ਉਹ ਸ਼ੇਰ ਸ਼ਾਹੂਕਾਰ ਉਸ ਕਿਸਾਨ ਦੇ ਕੋਲ ਗਿਆ ਤੇ ਉਸਨੇ ਉਹਦੇ ਜੋ ਵੀ ਉਹਦਾ ਸਮਾਨ ਸੀਗਾ, ਭੇਡਾਂ, ਬੱਕਰੀਆਂ, ਗਾਈਆਂ, ਮੱਝੀਆਂ, ਬੱਛੀਆਂ, ਜੋ ਵੀ ਸੀਗਾ, ਉਹਨੇ ਉਹ ਸਾਰਾ ਕੁਝ ਇਕੱਠਾ ਕਰ ਲਿਆ ਕਿ ਇਹ ਤੇਰੇ ਜਿਹੜਾ ਮੁੱਲ ਹੈ, ਜੋ ਲੋਕ ਉਧਾਰ ਲਿੱਤਾ ਹੋਇਆ ਹੈ,
ये ਉਹਦਾ ब्याज है, तो तेरा मूल हले बाकी है। तो उसने सारा समान इकट्ठा कर लिया, जो भी घर का समान से निकट सुकड़ सब इकट्ठा करके चलन लगा, तो ਉਹਦੇ ਕੋਲ ਹੁਣ ਉਹ समान ਚੱਕਣ वास्ते कोई जीव ना मिले, कोई भी समान उठाने वाला नहीं सीगा। ते ਉੱਥੇ उस जगह ते कुछ दूर ते एक संत सत्संग करते सी, विचार वटांदरा करते सी। ਉਹ ਇਸ ਵਾਰਤਾ ਨੂੰ ਦੇਖ ਰਹੇ ਸਨ, ਤੇ ਜਦੋਂ ਇਹ ਵਾਰਤਾ ਦੇਖ ਰਹੇ ਸਨ ਤੇ ਉਹ ਸੰਤ ਉਹਦੇ ਕੋਲ ਆਏ, ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਕਿ ਐ ਸੇਠ ਜੀ ਦੱਸੋ ਆਪ ਜੀ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਤੇ ਸੇਠ ਕਹਿਣ ਲੱਗਾ ਕਿ ਮੈਨੂੰ ਇੱਕ ਮਜ਼ਦੂਰ ਦੀ ਜ਼ਰੂਰਤ ਹੈ, ਤੇ ਤੁਸੀਂ ਮਜ਼ਦੂਰੀ ਕੀ ਲਓਗੇ। संत कहने लगे कि साड़ी मजदूरी कोई पैसा तेला नहीं है, साड़ी मजदूरी ये है कि जा तो सानू तुसी कोई रब दी, प्रभु दी, ईश्वर दी गलबात सुना दईओ, जा साडे कोलों सुन लईओ। इस साखी का मतलब सिर्फ यही है कि एक घड़ी का सत्संग वा, ਉਹਦਾ लाभ की होंदा है सानू। एमी ने संतां ने कहा कि एक घड़ी आदि से भी याद, संतन सेती को सृजन किन्नो सोला, कि थोड़ी देर भी संतां दा संग करन दे नाल सानू ਉਹਦਾ फल की प्राप्त होंदा है। ਅਸੀਂ ਕਹਿ ਦਿੰਦੇ कि सानू संतां कोल इन्नी देर हो गई गांदिਆਂ ਨੂੰ, सानू की मिलिया। कभी ਅਸੀਂ अपने आप ਨੂੰ ਤਾਂ ਵਿਚਾਰਦੇ ਨੇ कि ਅਸੀਂ ਕੀਤਾ ਕੀ है, ਅਸੀਂ ਕੀ ਕਰ ਰਹੇ ਹਾਂ, ਸਾਡੇ ਵਿਚਾਰ ਕੀ ਹਨ। ਅਸੀਂ ਸੰਤਾਂ ਨੂੰ ਦੋਸ਼ ਦਿੱਤਾ ਕਿ ਅਸੀਂ ਇੰਨੀ ਦੇਰ ਉਹਦੇ ਨਾਲ ਰਹੇ ਹਾਂ, ਸਾਨੂੰ ਕੀ ਮਿਲਿਆ। ਤੇ ਉਹ ਸਾਖੀ ਇਹ ਸਮਝਾ ਰਹੀ ਹੈ ਸਾਨੂੰ ਕਿ ਇੱਕ ਘੜੀ ਦਾ ਸਤਸੰਗ ਜਿਹੜਾ ਹੈ ਉਹਦਾ ਸਾਨੂੰ ਕੀ ਲਾਭ ਮਿਲਦਾ ਹੈ। ਸੇਠ ਕਹਿਣ ਲੱਗਾ ਮੈਨੂੰ ਤਾਂ ਕੋਈ ਸਾਖੀ ਨਾ ਗੁਰੂ ਦਾ ਨਾਮ ਨਾ ਸ਼ਬਦ ਮੈਨੂੰ ਆਉਂਦਾ ਨਹੀਂ ਕੋਈ ਵੀ, ਤੇ ਮੈਂ ਕੀ ਸੁਣਾ। ਕਹਿਣ ਲੱਗੇ ਕਿ ਮਹਾਤਮਾ ਜੀ ਤੁਸੀਂ ਸੁਣਾ ਦਿਓ। ਉਹ ਕਹਿੰਦੇ ਕਿ ਤੁਹਾਨੂੰ ਹੁੰਕਾਰਾ ਦੇਣਾ ਪੈਣਾ ਹੈ। ਕਹਿੰਦੇ ਠੀਕ ਹੈ। ਉਹ ਸਮਾਨ ਚੱਕ ਕੇ ਸਤਸੰਗ ਦੀਆਂ ਗੱਲਾਂ, ਈਸ਼ਵਰ ਦੀਆਂ ਗੱਲਾਂ, ਰੱਬ ਦੀਆਂ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਉਹ ਕਹਾਣੀਆਂ ਸੁਣਾਉਂਦੇ ਪਰਮਾਤਮਾ ਦੀਆਂ, ਨਾਮ ਦੀਆਂ, ਸ਼ਬਦ ਦੀਆਂ, ਤੁਰੇ ਜਾ ਰਹੇ ਹਨ। ਉਹ ਹਾਂਜੀ 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 ਸਿੱਟ ਕਰੀ ਜਾ ਰਿਹਾ ਹੈ। ਇਸ ਤਰ੍ਹਾਂ ਕਰਦੇ 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 ਉਹਨਾਂ ਦਾ ਜਿਹੜਾ ਸਫ਼ਰ ਸੀਗਾ ਉਹ ਪੂਰਾ ਹੋ ਗਿਆ। ਜਦੋਂ ਆਖਰੀ ਸੇਠ ਦੇ ਘਰ ਪਹੁੰਚੇ ਤੇ ਹੁਣ ਮਹਾਰਾਜ ਜੀ ਉਹਨੂੰ ਕਹਿਣ ਲੱਗੇ, संत कहन लगे कि हे सेठ जी, तुसी जिंदगी दे विच कोई अच्छा कर्म तां कीता नहीं है, सिवाय झूठ, हेरा फेरी, लोकां नूं दुख ही दिता है, ते तुहानूं इहदे लई नरकां दे विच जाना पवेगा। ते तुसी इस तरह करो कि अज तो तुहाडा 8 दिन बाद ਤੁਸੀਂ ਮਰ ਜਾਣਾ ਹੈ। ਜਦੋਂ ਤੁਹਾਨੂੰ ਜਮ ਲੋਕ ਲੈ ਕੇ ਜਾਵਣਗੇ, ਧਰਮਰਾਜ ਦੇ ਅੱਗੇ ਪੇਸ਼ੀ ਹੋਵੇਗੀ ਤੇ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਕਿ ਇਹ ਜਿਹੜਾ ਤੁਸੀਂ ਘੜੀ ਦਾ ਸਤਸੰਗ ਕੀਤਾ ਹੈ ਇਹਦਾ ਫਲ ਪਹਿਲਾਂ ਲੈਣਾ ਹੈ ਕਿ ਬਾਅਦ ਵਿੱਚ ਲੈਣਾ। ਕਹਿੰਦੇ ਠੀਕ ਹੈ। ਸਾਧੂ ਮਹਾਤਮਾ ਉਹਨਾਂ ਨੂੰ ਇਤਨਾ ਉਪਦੇਸ਼ ਦੇ ਕੇ ਚਲੇ ਗਏ ਤੇ 8 ਦਿਨਾਂ ਬਾਅਦ ਉਹ ਸੇਠ ਦੀ ਮ੍ਰਿਤੂ ਹੋ ਗਈ। ਉਹਨਾਂ ਨੂੰ ਯਮ ਲੋਕ ਲੈਣ ਆ ਗਏ। ਜਮਾਂ ਦੀ ਮਾਰ ਪਈ। ਧਰਮਰਾਜ ਦੇ ਅੱਗੇ ਪੇਸ਼ੀ ਹੋਈ। ਧਰਮਰਾਜ ਨੇ ਕਿਹਾ ਕਿ ਦੀਆਂ ਤੁਸੀਂ ਦੇਖੋ ਇਹਨੇ ਕਿਹੜੇ ਕਰਮ ਕੀਤੇ ਹਨ। ਜਦੋਂ ਉਹਨਾਂ ਨੇ ਕਰਮਾਂ ਦਾ ਲੇਖਾ ਜੋਖਾ ਖੋਲ੍ਹਿਆ ਤਾਂ ਉਹਨਾਂ ਨੇ ਕੋਈ ਵੀ ਐਸਾ ਕਰਮ ਨਹੀਂ ਕੀਤਾ ਸੀ ਜ਼ਿੰਦਗੀ ਦੇ ਅੰਦਰ ਜਿਹਦੇ ਨਾਲ ਕਿ ਉਹਨੂੰ ਬੈਕੁੰਠ ਮਿਲ ਸਕੇ ਜਾਂ ਉਹਨੂੰ ਕੋਈ ਅੱਛਾ ਮਾਰਗ ਮਿਲ ਸਕੇ। ਤੇ ਖੋਲਦੇ ਕੀ ਦੇਖਦੇ ਹਨ ਕਿ ਇਹਨਾਂ ਨੇ ਸਿਰਫ 1 ਘੰਟੇ ਦਾ ਸਤਸੰਗ ਜਿਹੜਾ ਸੀ ਉਹ ਸਾਧੂ ਦੇ ਕੋਲੋਂ ਸੁਣਿਆ ਹੈ। ਕਹਿੰਦੇ ਜਿਸ ਨੇ ਘੜੀ ਦਾ ਸਤਸੰਗ ਕੀਤਾ ਹੈ, 1 ਘੰਟੇ ਦਾ ਸਤਸੰਗ ਸੁਣਿਆ ਹੈ, ਇਸ ਦਿਨ ਫਲ ਤਾਂ ਦੇਣਾ ਪਵੇਗਾ। ਧਰਮਰਾਜ ਨੇ ਪੁੱਛਿਆ ਕਿ ਇਸ ਦਾ
ਫਲ ਤੂੰ ਪਹਿਲਾਂ ਲੈਣਾ ਹੈ ਕਿ ਬਾਅਦ ਵਿੱਚ ਲੈਣਾ ਹੈ। ਉਹ ਸੇਠ ਨੂੰ ਉਹ ਮਹਾਂਪੁਰਸ਼ਾਂ ਦੀ ਗੱਲ ਯਾਦ ਆ ਗਈ। ਉਹ ਕਹਿਣ ਲੱਗੇ ਕਿ ਸਾਨੂੰ ਇਸ ਜਿਹੜਾ 1 ਘੰਟੇ ਦਾ ਫਲ ਹੈ ਸਾਨੂੰ ਪਹਿਲਾਂ ਦੇ ਦਿਓ। ਪਰ ਜਿਸ ਵੀ ਅਸੀਂ ਇਹ ਮਹਾਂਪੁਰਸ਼ਾਂ ਦੇ ਨਾਲ ਸਤਸੰਗ ਕੀਤਾ ਹੈ ਸਾਨੂੰ ਉਸ ਲੋਕ ਦੇ ਵਿੱਚ ਭੇਜ ਦਿੱਤਾ ਜਾਵੇ, ਕਿਉਂਕਿ ਸੰਤਾਂ ਦੇ 2 ਹੀ ਸਰੀਰ ਹੁੰਦੇ ਹਨ। ਇੱਕ ਮਾਤ ਲੋਕ 'ਚ ਕੰਮ ਕਰਦਾ ਹੈ, ਇੱਕ ਉਸ ਸੱਚਖੰਡ ਦੇ ਵਿੱਚ ਕੰਮ ਕਰਦਾ, ਜਿਹੜੇ ਪੂਰਨ ਸੰਤ ਹੁੰਦੇ ਹਨ। ਤੇ ਕਹਿੰਦੇ ਕਿ ਸਾਨੂੰ ਉਸ ਲੋਕ 'ਚ ਭੇਜੋ ਜਿਸ ਲੋਕ ਦੇ ਵਿੱਚ ਇਸ ਸੰਤਾਂ ਦਾ ਵਾਸ ਹੈ। ਉਹਨਾਂ ਨੇ ਕਿਹਾ ਠੀਕ ਹੈ। ਉਹਨਾਂ ਨੇ ਦੇਖਿਆ, ਉਹਨਾਂ ਨੇ ਉਸ ਜੀਵ ਨੂੰ ਉਸ ਸੰਤਾਂ ਦੇ ਕੋਲ ਭੇਜ ਦਿੱਤਾ। ਜਦੋਂ ਉਹ ਦੇਖ ਰਿਹਾ ਕਿ ਇਹ ਤਾਂ ਉਹੀ ਸੰਤ ਹਨ ਜਿਹੜੇ ਥੱਲੇ ਸੰਸਾਰ ਦੇ ਵਿੱਚ ਸੀਗੇ, ਉਹ ਕਹਿਣ ਲੱਗੇ ਵੀ ਆ ਜਾ ਅੰਦਰ। ਅੰਦਰ ਬੈਠ ਕੇ ਉਹ ਆਪਣਾ ਨਾਮ ਜਪਣ ਲੱਗ ਗਿਆ। ਮਹਾਰਾਜ ਨੇ ਬਾਣੀ ਸਤਸੰਗ ਕੀਰਤਨ ਚੱਲਦਾ ਰਿਹਾ ਉੱਤੇ ਬੈਕੁੰਠ ਦੇ ਅੰਦਰ। ਤੇ ਜਦੋਂ ਉਹਦੇ ਘੰਟੇ ਦਾ ਫਲ ਜਿਹੜਾ ਖਤਮ ਹੋਇਆ ਤੇ ਜਮ ਉਹਨੂੰ ਲੈਵਣ ਵਾਸਤੇ ਆ ਗਏ, ਬਾਹਰ ਖੜੇ ਉਹਨੂੰ ਇਸ਼ਾਰੇ ਕਰੀ ਜਾ ਰਿਹਾ ਤੂੰ ਆ ਜਾ ਬਾਹਰ। ਤੇ ਮਹਾਰਾਜ ਜੀ ਕਹਿਣ ਲੱਗੇ ਨਹੀਂ ਤੂੰ ਬਾਹਰ ਨਹੀਂ ਜਾਣਾ। ਉਹ ਮੁੜ ਕੇ ਧਰਮਰਾਜ ਦੇ ਕੋਲ ਆਏ, ਇਹ ਸਵਾਮੀ ਉਹ ਜੀਵ ਤਾਂ ਬਾਹਰ ਹੀ ਨਹੀਂ ਆ ਰਿਹਾ। ਕਹਿੰਦੇ ਉੱਥੇ ਨਾ ਤਾਂ ਅਸੀਂ ਜਾ ਸਕਦੇ ਹਾਂ। ਧਰਮਰਾਜ ਕਹਿਣ ਲੱਗਾ ਨਾ ਤੁਸੀਂ ਜਾ ਸਕਦੇ ਹੋ, ਉੱਥੇ ਤਾਂ ਹੁਣ ਕੋਈ ਜਾ ਹੀ ਨਹੀਂ ਸਕਦਾ, ਇਸ ਕਰਕੇ ਉਸ ਨੂੰ ਉੱਥੇ ਹੀ ਰਹਿਣੇ ਦਿਓ। ਕਹਿਣ ਦਾ ਭਾਵ ਹੈ ਕਿ ਇੱਕ ਘੜੀ ਦੇ ਸਤਸੰਗ ਦੇ ਨਾਲ ਤੁਹਾਨੂੰ ਕਿੰਨਾ ਕੁ ਫਲ ਮਿਲਦਾ ਹੈ। ਇਹ ਹੈ ਸਤਸੰਗ ਦੀ ਮਹਿਮਾ। ਤੁਹਾਡਾ ਆਵਣ ਗਵਣ ਕੱਟਿਆ ਜਾਂਦਾ ਹੈ ਜਦੋਂ ਪੂਰਨ ਸੰਤ ਮਿਲ ਜਾਂਦਾ ਹੈ। ਸਿਰਫ ਇੱਕ ਘੜੀ ਦੇ ਸਤਸੰਗ ਨਾਲ ਹੀ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ, ਪਰ ਜੇ ਕਰੇ ਕੋ ਚਿੱਤ ਲਾਏ। ਜਦੋਂ ਚਿੱਤੇ ਨਹੀਂ ਲੱਗਾ, ਚੇਤਨਾ ਦੇ ਵਿੱਚ ਨਾਮ ਹੀ ਨਹੀਂ ਬਚਾ, ਤੇ ਫਿਰ ਕੁਝ ਨਹੀਂ ਹੋ ਸਕਦਾ। ਇਹੀ ਤਾਂ ਜਾਣਨਾ ਹੈ ਕਿ ਇੱਕ ਚਿੱਤ ਹੋਏ ਨਾ ਪਿਆ ਮਿਲੇ, ਪ੍ਰਤੀ ਵਰਤ ਕੈਸੇ ਪਾਵੇ, ਚੰਚਲ ਮਨ ਦੈ ਦਿਸ਼ ਫਿਰੇ, ਤੋ ਪਿਆ ਕੈਸੇ ਪਾਵੇ। ਹੁਣ ਸ਼ਬਦ ਨੂੰ ਨਹੀਂ ਅਸੀਂ ਵਿਚਾਰਦੇ, ਕਹਿੰਦੇ ਇੱਕ ਚਿੱਤ ਹੋਏ ਨਾ ਪਿਆ ਮਿਲੇ। ਜਦ ਤੱਕ ਇਹ ਚੇਤਨਾ ਮਨ ਜਿਹੜਾ ਹੈ ਇੱਕ ਨਹੀਂ ਹੋ ਜਾਂਦਾ, ਤੋ ਪਿਆ ਕਿੱਦਾਂ ਮਿਲੇਗਾ, ਉਹ ਪ੍ਰਮਾਤਮਾ ਕਿੱਦਾਂ ਮਿਲੇਗਾ। ਕਿ ਇਹ ਤਾਂ ਮਨ ਦਾ ਚੰਚਲ ਹੈ, ਇਹਨੇ ਤਾਂ ਭਟਕੀ ਜਾਣਾ ਹੈ, ਕੰਮੀ ਜਾਣਾ ਹੈ, ਇੱਧਰ ਉੱਧਰ ਭਿੱਜੀ ਜਾਣਾ ਹੈ। ਤੇ ਅਸੀਂ ਉਸ ਮਨ ਨਾਲ ਨਹੀਂ ਜੁੜ ਸਕਦੇ। ਜਦ ਤੱਕ ਇਹ ਮਨ ਉਸ ਸ਼ਬਦ ਨਾਲ ਠਹਿਰਦਾ ਨਹੀਂ, ਤਦ ਤੱਕ ਅਸੀਂ ਆਪਣੇ ਪਤੀ ਪਰਮੇਸ਼ਵਰ ਨੂੰ ਨਹੀਂ ਪਾ ਸਕਦੇ, ਤਾਂ ਸੁਹਾਗਣ ਨਹੀਂ ਬਣ ਸਕਦੇ। ਤੇ ਮਹਾਰਾਜ ਜੀ ਵੀ ਇਹ ਸਮਝਾਉਂਦੇ ਕਿ ਮਨ ਮਾਨੇ ਹਰ ਨਾਮ ਸਿਮਰ ਜਿਉ, ਗੁਰ ਸ਼ਬਦ ਭੇਦ ਬਤਾਈ, ਹਰ ਰੰਗ ਰਾਤਾ ਪੁਰਖ ਬਦਾਤਾ, ਨਾਨਕ ਨਾਮ ਕੋ ਵਿਰਲਾ ਜਾਤਾ, ਸਾਧੂ ਸੰਗ ਪਰਮ ਪਦ ਪਾਈ, ਦਰਸ਼ਨ ਕਹਿਤ ਦੁਖ ਕਲੇਸ਼ ਸਭੇ ਨਸ ਜਾਈ। ਹੁਣ ਮਹਾਰਾਜ ਨੇ ਕਿੰਨੇ ਸੁੰਦਰ ਸ਼ਬਦਾਂ ਨਾਲ ਸਮਝਾਇਆ ਹੈ ਕਿ ਮਨ ਮਾਨੇ ਹਰ ਨਾਮ ਸਿਮਰ ਜੀਓ। ਮਨ ਨੂੰ ਮਨਾਉਣਾ ਹੈ ਉਸ ਹਰੀ ਦੇ ਨਾਲ ਜੋੜਨ ਵਾਸਤੇ। ਜਦ ਤੱਕ ਮਨ ਉਸ ਹਰੀ ਦੇ ਨਾਲ ਨਹੀਂ ਜੁੜਦਾ, ਪਰ ਉਹ ਮਨ ਕਿੱਦਾਂ ਜੁੜੇ, ਕਹਿੰਦੇ ਗੁਰੂ ਸ਼ਬਦ ਭੇਦ, ਗੁਰੂ ਸ਼ਬਦ ਦੇ ਰਾਹੀਂ ਹੀ ਸਾਨੂੰ ਇਸ ਮਨ ਨੂੰ ਉਸ ਪਰਮਾਤਮਾ ਨਾਲ ਜੁੜਨ ਦਾ ਭੇਦ ਦੱਸਦੇ ਹਨ। ਗੁਰੂ ਕੋਲੋਂ ਹੀ ਸਾਨੂੰ ਭੇਦ ਮਿਲਦਾ ਹੈ ਉਸ ਸ਼ਬਦ ਦੇ ਨਾਲ ਉਸ ਮਨ ਨੂੰ ਕਿੱਦਾਂ ਜੋੜਨਾ ਹੈ। ਤੇ ਜਦੋਂ ਕਦੋਂ ਕਿ ਇਹ ਵਿਰਲਾ ਹੀ ਕਿਹਾ ਜਾਣ ਸਕਦਾ। ਨਾਨਕ ਨਾਮ ਕੋ ਵਿਰਲਾ ਜਾਤਾ। ਜਦੋਂ ਕੋਈ ਵਿਰਲਾ ਉਸ ਚੀਜ਼ ਨੂੰ ਜਾਣ ਜਾਂਦਾ ਹੈ, ਫਿਰ ਕੀ ਹੁੰਦਾ, ਕਹਿੰਦੇ ਹਰ ਰੰਗ ਰਾਤਾ ਪੁਰਖ ਬਦਾਤਾ। ਫਿਰ ਉਸ ਉੱਤੇ ਉਸ ਹਰੀ ਦੇ ਨਾਮ ਦਾ ਰੰਗ ਚੜ ਜਾਂਦਾ। ਤਦੀ ਮਹਾਰਾਜ ਨੇ ਕਹਿੰਦੇ ਕਿ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਵਿਛਾਏ। ਉਦੋਂ ਨਾਮ ਦਾ ਰੰਗ ਚੜਦਾ ਹੈ ਉਹਦੇ ਉੱਤੇ। ਤੇ ਨਾਲ ਹੀ ਮਹਾਰਾਜ ਨੇ ਸਾਧੂ ਸੰਗ ਪਰਮ ਪਦ ਪਾਈ, ਦਰਸ਼ਨ ਕਹਿ ਦੁੱਖ ਸਭ ਕਲੇਸ਼ ਨਸ ਜਾਏ। ਕਿ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜਾ ਜੀਵ ਉਸ ਸਾਧੂ ਦੇ ਸੰਗ ਦੇ ਵਿੱਚ ਨਾਲ ਜੁੜ ਜਾਂਦਾ ਹੈ, ਇੱਕ ਤਾਂ ਉਹਨਾਂ ਨੂੰ ਪਰਮ ਪਦ ਪ੍ਰਾਪਤ ਹੋ ਜਾਂਦਾ। ਜਨ ਨਾਨਕ ਉੱਤਮ ਪਦ ਪਾਇਆ, ਜੇ ਸਤਿਗੁਰੂ ਲੈ ਲਏ। ਜਿਸ ਤਰ੍ਹਾਂ ਵੀ ਜੀਵ ਉਸ ਸ਼ਬਦ ਦੇ ਨਾਲ ਸ਼ਬਦ ਦੇ ਭੇਦ ਨੂੰ ਵਿਚਾਰ ਲੈਂਦਾ ਹੈ, ਸ਼ਬਦ ਨੂੰ ਸਮਝ ਲੈਂਦਾ ਹੈ, ਉਸ ਨੂੰ ਸਮਾਜ ਦੇ ਅੰਦਰ, ਖੰਡਾਂ ਬ੍ਰਹਮੰਡਾਂ ਦੇ ਅੰਦਰ ਇੱਕ ਉੱਚੀ ਪਦਵੀ ਮਿਲ ਜਾਂਦੀ ਹੈ। ਜਦ ਧਰੁਵ ਨੇ ਨਾਮ ਜਪਿਆ, ਉਹ ਧਰੁਵ ਤਾਰਾ ਬਣ ਗਿਆ। ਭਗਤ ਪ੍ਰਹਲਾਦ ਨੇ ਨਾਮ ਜਪਿਆ, ਉਹਨਾਂ ਨੂੰ ਵੈਕੁੰਠ ਦੇ ਵਿੱਚ ਜਗ੍ਹਾ ਮਿਲ ਗਈ। ਨਾਮ ਦੀ ਕਮਾਈ
ਕਿ ਜਿਹੜਾ ਨਾਮ ਜਪਦਾ ਹੈ ਉਸ ਨੂੰ ਇਸ ਖੰਡਾ ਬ੍ਰਹਮੰਡ ਦੇ ਵਿੱਚ ਇੱਕ ਉੱਤਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਉਹਨਾਂ ਦੇ ਮਨ ਦੇ ਸਾਰੇ ਹੀ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ। ਤੇ ਕਦੋਂ? ਜਦੋਂ ਉਸ ਨਾਮ ਨੂੰ ਕੋਈ ਜਾਣ ਲੈਂਦਾ ਹੈ, ਉਸ ਨਾਮ ਦੀ ਪਛਾਣ ਕਰ ਲੈਂਦਾ ਹੈ। ਨਾਮ ਨੂੰ ਹਰ ਕੋਈ ਜੀਵ ਨਹੀਂ ਸਮਝ, ਇਸ ਕਰਕੇ ਤਾਂ ਉਹ ਉੱਤਮ ਹੈ। ਉੱਤਮ ਨਾਮ ਤੁਮਾਰਾ ਮਾਧੋ ਜੀ, ਇਸੇ ਕਰਕੇ ਹੀ ਉਸ ਨਾਮ ਦਾ ਨਾਮ ਉੱਤਮ ਰੱਖਿਆ ਗਿਆ ਕਿ ਉਸ ਤੋਂ ਵੱਡਾ ਕੋਈ ਨਾਮ ਹੀ ਨਹੀਂ ਹੈ, ਉਸ ਅਕਾਲ ਪੁਰਖ ਤੋਂ ਵੱਡਾ। ਪਰ ਉਹ ਨਾਮ ਜਿਹੜਾ ਹੈ ਉਹਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਜਦ ਤੱਕ ਅਸੀਂ ਨਾਮ ਨਹੀਂ ਜਾਣਦੇ, ਨਾਮ ਨਾਲ ਜੁੜਦੇ ਨਹੀਂ ਹੈ, ਉਨੀ ਦੇਰ ਤੱਕ ਸਾਨੂੰ ਜਿਤਨੇ ਵੀ ਇਹ ਸੰਸਾਰਿਕ ਸੁੱਖ ਹਨ ਸਭ ਬੇਕਾਰ ਹਨ। ਕਹਿੰਦੇ ਬੇਮੁਖ ਹੋਏ ਰਾਮ ਤੋਂ ਲਗਨ ਜਨਮ ਵਿਜੋਗ, ਖਿੰਮੇ ਕੋੜੇ ਹੋਏ ਰਹੇ ਜਿਤਨੇ ਮਾਇਆ ਭੋਗ। ਤੁਸੀਂ ਬੇਮੁਖ ਹੋ ਜਾਂਦੇ ਆਪਣੇ ਗੁਰੂ ਤੋਂ, ਬੇਮੁਖ ਜਾਂਦੇ ਆ ਰਾਮ ਤੋਂ, ਨਾਮ ਤੋਂ, ਉਨੀ ਦੇਰ ਤੱਕ ਇਹ ਸਮਝ ਸੰਸਾਰਿਕ ਸੁੱਖ ਹਨ ਇਹ ਵੀ ਦੁੱਖਾਂ ਦੇ ਵਿਪਰੀਤ ਹੁੰਦੇ ਹਨ। ਪਰ ਇਸ ਨੂੰ ਕੋਈ ਜੀਵ ਵਿਰਲਾ ਹੀ ਜਾਣ ਸਕਦਾ ਹੈ, ਕੋਈ ਵਿਰਲਾ ਹੀ ਉਸ ਸ਼ਬਦ ਨੂੰ ਸਮਝ ਸਕਦਾ ਹੈ, ਵਿਰਲਾ ਹੀ ਉਹਦਾ ਭੇਦ ਪਾ ਸਕਦਾ ਹੈ। ਪਰ ਕਿਉਂਕਿ ਉਹ ਭੇਖਾਂ ਤੋਂ ਉੱਪਰ ਹੈ, ਇਸ ਭਰਮ ਚੋਂ, ਇਸ ਪਰਦੇ ਤੋਂ ਉੱਠਣਾ ਹੈ। जो ऊपर समझा जिन कारण जग ढूंढिया वो तो घट माहे, पड़दा दिया भरम का ताते सूझे ना है। जब तक असीं भरमां च पए होए हाँ, वहमां च पए हैं, उन्नी देर तक नहीं, तद ही असीं इस चों निकल सकते हैं जिस अमृत वेले उठ के उस शब्द नूं विचारांगे। जब तक असीं शब्द दे नाल नहीं जुड़ते तद तक खड़ा ये आवागमन जिहड़ा है खत्म नहीं हो सकता। आवे ना जावे ना सुख पावे, ना मेरे ते से समावे। ਜਿਹੜਾ ਜੀਵ ਉਸ ਨਾਮ ਦੇ ਨਾਲ, ਸ਼ਬਦ ਦੇ ਨਾਲ ਵਿਚਾਰ ਨਹੀਂ ਕਰਦਾ, ਉਸ ਸ਼ਬਦ ਦੀ ਵਿਚਾਰ ਨਹੀਂ ਕਰਦਾ, ਜਿਹੜਾ ਸ਼ਬਦ ਸਾਡੇ ਮੁਰਸ਼ਦ ਨੇ ਦਿੱਤਾ ਹੈ, ਉਸ ਸ਼ਬਦ ਨੂੰ ਸੁਣਨ ਵਾਸਤੇ ਜਦੋਂ ਅਸੀਂ ਸਿਮਰਨ ਤੇ ਬੈਠਣਾ ਹੈ, ਉਸ ਸ਼ਬਦ ਨੂੰ ਹੌਲੀ ਹੌਲੀ ਜਪਣਾ ਹੈ। ਅਸੀਂ ਇਕੱਠਾ ਫਟਾਫਟ ਸਿਮਰਨ ਜਾਪ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਣ, ਇਸ ਤਰ੍ਹਾਂ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ। ਇਸ ਹੌਲੀ ਹੌਲੀ, ਜਦੋਂ ਹੌਲੀ ਹੌਲੀ ਅਸੀਂ ਇਸ ਸ਼ਬਦ ਨੂੰ ਜਪਾਂਗੇ, ਜਾਂ ਜਿਹੜਾ ਵੀ ਸ਼ਬਦ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ ਹੈ ਉਸ ਸ਼ਬਦ ਨੂੰ ਧੀਰੇ ਧੀਰੇ ਜਪਾਂਗੇ ਔਰ ਉਹਨੂੰ ਮਨ ਦੇ ਵਿੱਚ ਲੈ ਕੇ ਜਾਵਾਂਗੇ, ਫਿਰ ਜਾ ਕੇ ਇਹ ਮਨ ਜਿਹੜਾ ਹੈ ਉਸ ਸ਼ਬਦ ਦੇ ਅੰਦਰ ਠਹਿਰਾਓ ਕਰ ਸਕਦਾ ਹੈ। ਨਹੀਂ ਤਾਂ ਸ਼ਬਦ ਠਹਿਰਾਓ ਕਿ ਅਸੀਂ ਮਾਲਾ ਫੜ ਕੇ ਦਬਾ ਮਾਲਾ ਨੂੰ ਮਨ ਕੇ ਅੰਦਰ ਟੱਪਣ ਲੱਗ ਦਿੰਦੇ, ਹਰੇ ਕ੍ਰਿਸ਼ਨ ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ, ਫਟਾਫਟ ਸਮਾ, ਉਹਦੇ ਨਾਲ ਤੁਹਾਡਾ ਧਿਆਨ ਕੀ ਲੱਗੇਗਾ, ਮਨ ਤੇ ਕੀ ਅਸਰ ਹੋਵੇਗਾ। ਜੇ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਵਾਹਿਗੁਰੂ 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 ਵਾਹਿਗੁਰੂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਹੀਂ, ਜਾਂ ਰਾਮ 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 ਰਾਮ, ਐਂਡ ਦੈਨ ਰਾਮ 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 ਰਾਮ, ਇਸ ਤਰ੍ਹਾਂ ਸ਼ਬਦ ਨੂੰ ਜਪਣਾ ਹੈ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਇਸ ਤਰ੍ਹਾਂ ਹੌਲੀ ਹੌਲੀ ਧੀਰੇ ਧੀਰੇ, ਤਾਂ ਕਿ ਇਹ ਮਨ ਜਿਹੜਾ ਹੈ ਉਹ ਸ਼ਬਦ ਨੂੰ ਪਕੜ ਲਵੇ। ਜਦ ਤੱਕ ਕਿ ਮਨ ਜਿਹੜਾ ਸ਼ਬਦ ਨੂੰ ਨਹੀਂ ਫੜਦਾ, ਉਨੀ ਦੇਰ ਮਨ ਕਿਸ ਤਰ੍ਹਾਂ ਠਹਿਰ ਸਕਦਾ ਹੈ। ਇਸ ਤਰ੍ਹਾਂ ਅੰਮ੍ਰਿਤ ਵੇਲੇ ਸ਼ਬਦ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ, ਜਦੋਂ ਹੌਲੀ ਹੌਲੀ ਅਸੀਂ ਵਰਤਾਂਗੇ। ਜਿਹੜੀ ਸਾਡੀ ਸ਼ਬਦ ਸੂਰਤ ਹੈ, ਸੂਰਤ ਆਤਮਾ ਹੈ, ਉਹ ਸ਼ਬਦ ਜਿਹੜਾ ਉਹ ਸੂਰਤ ਵਿੱਚ ਸਮਾ ਜਾਵੇਗਾ। ਜੇ ਫਟਾਫਟ ਬੋਲਾਂਗੇ ਤਾਂ ਕਿਸ ਤਰ੍ਹਾਂ ਹੋਵੇਗਾ, ਮਨ ਦੇ ਬੰਧਨ ਦੇ ਵਿੱਚ ਹੈ ਆਤਮਾ। ਜਦੋਂ ਮਨ ਉਸ ਸ਼ਬਦ ਨੂੰ ਪਕੜ ਕਰੇਗਾ ਤੇ ਉਹ ਸ਼ਬਦ ਜਿਹੜਾ ਹੈ ਆਤਮਾ ਦੇ ਅੰਦਰ ਜਾਏਗਾ। ਜਦ ਤੱਕ ਜੋ ਸ਼ਬਦ ਦੀ ਸਾਨੂੰ ਪਹਿਚਾਣ ਹੀ ਨਹੀਂ ਹੈ, ਸ਼ਬਦ ਨੂੰ ਅਸੀਂ ਸਮਝਦੇ ਨਹੀਂ ਹੈ ਜਪਣ ਲੱਗੇ, ਤਾਂ ਸਾਡਾ ਮਨ ਕਿਸ ਤਰ੍ਹਾਂ ਟਿਕੇਗਾ। ਤੋ ਇਹੀ ਮਹਾਰਾਜ ਸਾਨੂੰ ਅੱਜ ਦੇ ਸ਼ਬਦ ਦੇ ਰਾਹੀਂ ਸਮਝਾ ਰਹੇ ਹਨ, ਐ ਜੀਵ ਤੂੰ ਇਸ ਨੂੰ ਮਤ ਭਟਕ, ਕਾਹੇ ਰੇ ਮਨ ਕੀ ਡਗਰੀਆ ਡੋਲੇ, ਤਾਂ ਆਪਣੇ ਮਨ ਨੂੰ ਨਾ ਡੋਲ। ਜਿਸ ਤਰ੍ਹਾਂ ਅੰਮ੍ਰਿਤ ਵੇਲੇ ਬਵੀਹਾ ਬੋਲ, ਇਸੇ ਤਰ੍ਹਾਂ ਹੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਸ਼ਬਦ ਨੂੰ ਸਮਝ, ਸ਼ਬਦ ਦੀ ਪੁਕਾਰ ਕਰ, ਸ਼ਬਦ ਨੂੰ ਜਪ, ਸ਼ਬਦ ਦਾ ਧਿਆਨ ਕਰ। ਪਰ ਇਹ ਸ਼ਬਦ ਹਰ ਕੋਈ ਨਹੀਂ ਸਮਝ ਸਕਦਾ, ਇਹਨੂੰ ਸਾਧੂ ਸੰਤ ਦੀ ਜ਼ਰੂਰਤ ਹੈ। ਸਾਧੂ ਸੰਗ ਦੇ ਨਾਲ ਹੀ ਇਸ ਸ਼ਬਦ ਨੂੰ ਪਰਮ ਪਦ ਪ੍ਰਾਪਤ ਹੋਣਾ ਹੈ।
ਪਰ ਮਹਾਰਾਜ ਨਾਨਕ ਪਾਤਸ਼ਾਹ ਕਹਿੰਦੇ ਕਿ ਮਹਾਰਾਜ ਕਹਿੰਦੇ ਨੇ ਕਿ ਇਹ ਸ਼ਬਦ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਅਸੀਂ ਵਿਰਲੇ ਨਹੀਂ ਬਣਨਾ, ਅਸੀਂ ਸ਼ਬਦ ਨੂੰ ਜਪਣਾ ਹੈ। ਸਾਨੂੰ ਸ਼ਬਦ ਮਿਲਿਆ ਹੈ, ਸਾਡੇ ਕੋਲ ਸ਼ਬਦ ਹੈ, ਪਰ ਉਹਨੂੰ ਮਹਾਰਾਜ ਦਾ ਸਾਥ ਚਾਹੀਦਾ, ਮਹਾਰਾਜ ਦਾ ਸੰਗ ਚਾਹੀਦਾ है, साधु संग की प्राप्ति चाहिए। सो यही आज का संदेश है। सो महाराज ने इस शब्द के बारे ही हमें इस आत्मा के बारे में, शब्द के बारे में समझाया है कि शब्द को पाना कैसे है। सो नानक नाम चढ़दी कला तेरे पाने सरबत दा भला। साध संगत जी शब्द कर दे।